ਹੈਲੋ ਨਾਰਥ ਅਮਰੀਕਾ ਦੇ ਇਸ ਸ਼ੋਅ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਿਛਲੇ ਦਿਨਾਂ ਵਾਂਗੂ ਇਸ ਸ਼ੋਅ ਵਿੱਚ ਅਸੀਂ ਤੁਹਾਡੇ ਟੈਲੀਫੋਨ ਕਾਲਸ, ਈਮੇਲਸ ਅਤੇ ਫੇਸਬੁੱਕ ਉੱਤੇ ਕਮੈਂਟਸ ਨੂੰ ਲੈ ਕੇ ਵਿਚਾਰ ਚਰਚਾ ਕਰਾਂਗੇ। ਸਾਡੀ ਕੋਸ਼ਿਸ਼ ਹੈ ਕਿ ਇਸ ਵਿਚਾਰ ਚਰਚਾ ਦੇ ਜ਼ਰੀਏ ਅਸੀਂ ਇੱਥੋਂ ਦੇ ਹਾਲਾਤਾਂ 'ਚ ਬਿਹਤਰੀ ਲਿਆ ਸਕੀਏ। ਨਾਲ ਸਾਡਾ ਇਹ ਵੀ ਉਪਰਾਲਾ ਹੈ ਕਿ ਅਸੀਂ ਇੱਥੋਂ ਦੇ ਪੰਜਾਬ ਨੂੰ ਆਪਣੇ ਵਤਨੋਂ ਦੂਰ ਵਸਦੇ ਪੰਜਾਬ ਨਾਲ ਜੋੜ ਸਕੀਏ। ਸਾਡੇ ਨਾਲ ਜੁੜਨ ਵਾਸਤੇ ਤੁਸੀਂ ਸਾਨੂੰ ਟੈਲੀਫੋਨਸ ਕਰ ਸਕਦੇ ਹੋ। ਸਾਡੇ ਟੈਲੀਫੋਨ ਨੰਬਰਸ ਜਿਨ੍ਹਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ ਉਹ ਤੁਹਾਡੀ ਸਕਰੀਨ ਉੱਤੇ ਲਾਈਵ ਸ਼ੋਅ ਵੇਲੇ ਫਲੈਸ਼ ਕਰਨਗੇ। ਜਿਸ ਵੇਲੇ ਇਹ ਸ਼ੋਅ ਰਿਪੀਟ ਹੋਵੇਗਾ ਉਸ ਵੇਲੇ ਤੁਹਾਡੀ ਸਕਰੀਨ 'ਤੇ ਲਿਖਿਆ ਆਏਗਾ ਰਿਕਾਰਡਡ ਅਰਲੀਅਰ। ਜ਼ਾਹਿਰ ਹੈ ਕਿ ਉਸ ਵੇਲੇ ਸਾਡੇ ਟੈਲੀਫੋਨ ਨੰਬਰਸ ਟੀਵੀ ਸਕਰੀਨ ਉੱਤੇ ਫਲੈਸ਼ ਨਹੀਂ ਕਰਨਗੇ। ਸੋ ਤੁਸੀਂ ਕਾਲ ਕੇਵਲ ਸਾਡੇ ਲਾਈਵ ਸ਼ੋਅ ਵੇਲੇ ਕਰ ਸਕੋਗੇ। ਇਹ ਲਾਈਵ ਸ਼ੋਅ ਨਾਰਥ ਅਮਰੀਕਾ ਦੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਵਜੇ ਸ਼ੁਰੂ ਹੁੰਦਾ ਹੈ ਅਤੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਸ਼ੁਰੂ ਹੁੰਦਾ ਹੈ। ਜੇ ਤੁਹਾਨੂੰ ਟੈਲੀਫੋਨ ਕਰਨ ਵਿੱਚ ਕੋਈ ਮੁਸ਼ਕਿਲ ਆਵੇ ਤਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਫੇਸਬੁੱਕ ਉੱਤੇ ਆਪਣੇ ਵਿਚਾਰ ਵੀ ਲਿਖ ਸਕਦੇ ਹੋ। ਸਾਡੇ ਫੇਸਬੁੱਕ 'ਤੇ ਇੱਕ ਬਹੁਤ ਮੰਦਭਾਗੀ ਘਟਨਾ ਦਾ ਜ਼ਿਕਰ ਹੋਇਆ ਹੈ। ਬਰਕਲੇ ਕੈਲੀਫੋਰਨੀਆ ਤੋਂ ਸਤਪਾਲ ਸਿੰਘ ਨੇ ਲਿਖਿਆ ਹੈ ਕਿ ਹਾਲ ਹੀ ਵਿੱਚ ਉਹਨਾਂ ਦੇ 81 ਸਾਲ ਦੇ ਗ੍ਰੈਂਡਫਾਦਰ ਪਿਆਰਾ ਸਿੰਘ ਤੇ ਉਸ ਵੇਲੇ ਹਮਲਾ ਹੋਇਆ ਜਿਸ ਵੇਲੇ ਉਹ ਨਾਨਕਸਰ ਸਿੱਖ ਟੈਂਪਲ ਫ੍ਰੈਸਨੋ ਤੋਂ ਘਰ ਵਾਪਸ ਆ ਰਹੇ ਸਨ। ਉਹਨਾਂ ਨੂੰ ਸਟੀਲ ਦੀ ਰੋਡ ਨਾਲ ਕਿਸੇ ਨੇ ਮਾਰਿਆ ਜਿਸ ਨਾਲ ਉਹ ਗੰਭੀਰ ਰੂਪ 'ਚ ਫ੍ਰੈਸਨੋ ਦੇ ਹਸਪਤਾਲ 'ਚ ਇਸ ਵੇਲੇ ਦਾਖਲ ਨੇ। ਇਹ ਸਿੱਖਾਂ ਖਿਲਾਫ ਹੇਟ ਕ੍ਰਾਈਮ ਦਾ ਇੱਕ ਹੋਰ ਵਾਕਿਆ ਹੈ ਜਿਹੜਾ ਬੜਾ ਅਫਸੋਸਨਾਕ ਹੈ। ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਰਿਲੀਜਨ ਬਾਰੇ, ਧਰਮ ਬਾਰੇ ਲੋਕਾਂ ਨੂੰ ਹੋਰ ਜਾਣਕਾਰੀ ਦੇ ਰਹੇ ਜੇ ਅਤੇ ਇਸ ਮਸਲੇ ਨੂੰ ਪੁਲਿਸ ਅਤੇ ਉੱਥੋਂ ਦੀਆਂ ਅਥਾਰਟੀਜ਼ ਕੋਲ ਮਜ਼ਬੂਤੀ ਨਾਲ ਚੁੱਕ ਰਹੇ ਜੇ। ਅਸੀਂ ਹੋਰ ਜਾਣਕਾਰੀ ਦੀ ਇੱਥੇ ਵੀ ਇੰਤਜ਼ਾਰ, ਆਪਣੇ ਪੰਜਾਬ ਦੇ ਵਿੱਚ ਵੀ ਇੰਤਜ਼ਾਰ ਕਰ ਰਹੇ ਹਾਂ। ਇਹੋ ਜਿਹੇ ਵਾਕਿਆ ਨਾਲ ਸਾਡੇ ਇੱਥੇ ਵੀ ਪੰਜਾਬ 'ਚ ਲੋਕਾਂ 'ਚ ਕਾਫੀ ਬੇਚੈਨੀ ਆ ਜਾਂਦੀ ਹੈ। ਲੋਕਾਂ ਨੂੰ ਫਿਕਰ ਹੋ ਜਾਂਦਾ ਕਿ ਉਹਨਾਂ ਦੇ ਉੱਥੇ ਰਹਿ ਰਹੇ ਰਿਸ਼ਤੇਦਾਰ ਅਤੇ ਹੋਰ ਸੱਜਣ ਮਿੱਤਰ ਠੀਕ ਹੋਣ। ਓਕਲੈਂਡ ਕੈਲੀਫੋਰਨੀਆ ਤੋਂ ਗੁਰਕਿਰਨ ਕੌਰ ਨੇ ਇੱਕ ਈਮੇਲ ਰਾਹੀਂ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰਪ੍ਰੀਤ ਕੌਰ ਦੀ ਮਦਦ ਕਰਨੀ ਚਾਹੀਦੀ ਹੈ। ਨਿਰਪ੍ਰੀਤ ਕੌਰ ਦਿੱਲੀ 'ਚ ਭੁੱਖ ਹੜਤਾਲ 'ਤੇ ਬੈਠੇ ਨੇ। ਉਹ ਮੰਗ ਕਰ ਰਹੇ ਨੇ ਕਿ ਜਿਵੇਂ ਗੁਜਰਾਤ 'ਚ ਘੱਟ ਗਿਣਤੀ ਦੇ ਲੋਕਾਂ ਖਿਲਾਫ ਹਿੰਸਾ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ, ਉਸੇ ਤਰ੍ਹਾਂ ਦੀ SIT 1984 'ਚ ਸਿੱਖਾਂ ਖਿਲਾਫ ਹਿੰਸਾ ਵਾਸਤੇ ਵੀ ਬਣਨੀ ਚਾਹੀਦੀ ਹੈ। ਗੁਰਕਿਰਨ ਨੇ ਅੱਗੇ ਲਿਖਿਆ ਹੈ ਕਿ ਇਹ ਇੱਕ ਜ਼ਾਹਿਦ ਬਿਲਕੁਲ ਜਿਹੜੀ ਡਿਮਾਂਡ ਹੈ ਇਹ ਇੱਕ ਜਾਇਜ਼ ਡਿਮਾਂਡ ਹੈ ਅਤੇ ਉਹਨਾਂ ਨੇ ਕਿਹਾ ਵਾ ਕਿ ਮੈਂ ਹੈਰਾਨ ਹਾਂ ਕਿ ਸਰਕਾਰ ਇਸ ਨੂੰ ਕਿਵੇਂ ਨਹੀਂ ਮੰਨ ਲੈਂਦੀ, ਕਿਉਂ ਨਹੀਂ ਮੰਨ ਰਹੀ। ਗੁਰਕਿਰਨ, ਸਾਨੂੰ ਈਮੇਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਠੀਕ ਵਿਚਾਰ ਰੱਖਿਆ ਹੈ ਕਿਉਂਕਿ ਜਿਹੜਾ ਸੱਜਣ ਕੁਮਾਰ ਦੇ ਬਰੀ ਹੋਣ 'ਤੇ ਖਿਲਾਫ ਜਿਹੜਾ ਗੁੱਸਾ ਵਾ ਲੋਕਾਂ ਦੇ ਵਿੱਚ ਉਹ ਹੁਣ ਮੁਜ਼ਾਹਰਿਆਂ ਦੀ ਸ਼ੇਪ ਲੈ ਚੁੱਕਾ ਵਾ। ਨਿਰਪ੍ਰੀਤ ਕੌਰ ਨੂੰ ਭੁੱਖ ਹੜਤਾਲ 'ਤੇ ਬੈਠਿਆਂ ਮੇਰੇ ਖਿਆਲ ਹੁਣ 6 ਦਿਨ ਹੋ ਗਏ ਨੇ। ਉਹ ਸੱਜਣ ਕੁਮਾਰ ਦੇ ਕੇਸ 'ਚ ਮੁੱਖ ਗਵਾਹੀ ਨਹੀਂ, ਉਹਨਾਂ ਦੇ ਆਪਣੇ ਪਿਤਾ ਨੂੰ 1984 'ਚ ਪੀੜ ਹੱਥੋਂ ਮਰਦੇ ਵੀ ਉਹਨਾਂ ਦੇਖਿਆ ਹੈ। ਜ਼ਾਹਿਰ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਬੜੇ ਦੁੱਖ ਦੇ ਸਮੇਂ 'ਚ ਰਹਿ ਰਹੇ ਨੇ, ਦੁੱਖ ਦੇ ਸਮੇਂ 'ਚੋਂ ਲੰਘ ਰਹੇ ਨੇ। ਨਿਰਪ੍ਰੀਤ ਕੌਰ ਇਹ ਵੀ ਮੰਗ ਕਰ ਰਹੇ ਨੇ ਕਿ ਜਿਹੜੇ ਪੁਲਿਸ ਅਫਸਰਾਂ ਦੀ 1984 ਦੀ ਹਿੰਸਾ 'ਚ ਮਿਲੀ ਭੁਗਤ ਸੀ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ। ਆਮ ਲੋਕਾਂ ਦੀ ਉੱਥੇ ਰਾਏ ਆ ਕਿ ਬਹੁਤ ਘੱਟ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ, ਜੇ ਕੋਈ ਐਕਸ਼ਨ ਲਿਆ ਵੀ ਗਿਆ ਵਾ। ਉਹਨਾਂ ਨੂੰ ਕਈ ਪਾਸਿਓਂ ਹਮਾਇਤ ਇਸ ਵੇਲੇ ਮਿਲ ਰਹੀ ਆ, ਜਿਵੇਂ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਵੀ ਨਾਲ ਉਹਨਾਂ ਦੇ ਭੁੱਖ ਹੜਤਾਲ 'ਤੇ ਉੱਥੇ ਪਹੁੰਚੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਉਸ ਦੇ ਪ੍ਰਧਾਨ ਮਨਜੀਤ ਸਿੰਘ GK ਵੀ ਉਹਨਾਂ ਦੀ ਮਦਦ ਕਰ ਰਹੇ ਨੇ। ਸਾਡੇ ਫੇਸਬੁੱਕ 'ਤੇ ਅਮਰਿੰਦਰ ਸਿੰਘ ਹੁਣਾਂ ਨੇ ਵੀ ਲਿਖਿਆ ਹੈ ਕਿ ਇਹ ਇੱਕ ਅਫਸੋਸਨਾਕ ਗੱਲ ਹੈ ਕਿ 29 ਸਾਲ ਬਾਅਦ ਵੀ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਅਤੇ ਉਹ ਭੁੱਖ ਹੜਤਾਲ 'ਤੇ ਬੈਠਣ ਲਈ ਮਜਬੂਰ ਹੋ ਰਹੇ ਨੇ। ਅਸੀਂ ਨਿਰਪ੍ਰੀਤ ਕੌਰ ਦੇ ਬਿਲਕੁਲ ਨਾਲ ਖੜ੍ਹੇ ਹਾਂ। ਅਸੀਂ ਸਾਰੇ ਇਸ ਨਾਲ ਬਿਲਕੁਲ ਸਹਿਮਤ ਹਾਂ ਕਿ ਸਰਕਾਰ ਨੂੰ ਕੁਝ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਨੇ ਜਿਨ੍ਹਾਂ ਨਾਲ ਪੀੜਤ ਪਰਿਵਾਰਾਂ ਨੂੰ ਇਹ ਲੱਗੇ ਕਿ ਸਰਕਾਰ ਨੂੰ ਉਹਨਾਂ ਨਾਲ ਹਮਦਰਦੀ ਹੈ ਅਤੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਤੁਸੀਂ ਸੁਣਿਆ ਅਤੇ ਪੜ੍ਹਿਆ ਹੋਵੇਗਾ ਕਿ ਪਿੱਛੇ ਜਿਹੇ ਪੰਜਾਬ 'ਚ ਦੇਸੀ ਸ਼ਰਾਬ ਦੇ ਕਈ ਜ਼ਖੀਰੇ ਫੜੇ ਗਏ ਨੇ। ਵੈਸੇ ਤਾਂ ਦੇਸੀ ਸ਼ਰਾਬ ਫੜਨ ਦੀਆਂ ਖਬਰਾਂ ਅਖਬਾਰਾਂ 'ਚ ਛਪਦੀਆਂ ਰਹੀਆਂ ਨੇ, ਪਰ ਇੰਜ ਲੱਗਦਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਜ਼ਿਆਦਾ ਹੀ ਕੇਸ ਸਾਹਮਣੇ ਆ ਰਹੇ ਨੇ। ਜਰਸੀ ਸਿਟੀ ਤੋਂ
ਜਰਸੀ ਸਿਟੀ USA ਤੋਂ ਹਰਮਿੰਦਰ ਸਿੰਘ ਨੇ ਈਮੇਲ ਰਾਹੀਂ ਲਿਖਿਆ ਹੈ ਕਿ ਅੱਜ ਕੱਲ੍ਹ ਦੇਸੀ ਸ਼ਰਾਬ ਪੰਜਾਬ 'ਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਕਰਕੇ ਘਰਾਂ 'ਚ ਕੱਢੀ ਜਾ ਰਹੀ ਹੈ। ਉਹਨਾਂ ਵਿਚਾਰ ਰੱਖਿਆ ਕਿ ਕਿਉਂਕਿ ਇਸ ਸ਼ਰਾਬ ਨਾਲ ਲੋਕੀ ਮਰ ਵੀ ਸਕਦੇ ਨੇ, ਇਸ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਹਰਮਿੰਦਰ ਜੀ, ਤੁਸੀਂ ਬਿਲਕੁਲ ਸਹੀ ਫਰਮਾਇਆ ਹੈ। ਸਾਨੂੰ ਯਾਦ ਹੈ ਕਿ 2010 'ਚ ਕਰੀਬ 3 ਸਾਲ ਪਹਿਲੋਂ 2.5 ਸਾਲ ਪਹਿਲੋਂ ਦਸੂਹਾ ਨੇੜੇ ਇੱਕ ਪਿੰਡ 'ਚ 15 ਬੰਦੇ ਹੂਚ ਪੀ ਕੇ ਮਰ ਗਏ ਸਨ। ਇਹ ਘਰ ਦੀ ਕੱਢੀ ਸ਼ਰਾਬ ਉੱਥੋਂ ਦੇ ਨਾਲ ਦੇ ਇਲਾਕੇ ਗੁਰਦਾਸਪੁਰ ਤੋਂ ਬਣ ਕੇ ਆਈ ਸੀ। ਇਹ ਸ਼ਾਇਦ ਜ਼ਹਿਰੀਲੀ ਸ਼ਰਾਬ ਸੀ। ਇਸ ਵੇਲੇ ਘਰ ਦੀ ਕੱਢੀ ਸ਼ਰਾਬ ਦੇ ਜ਼ਿਆਦਾ ਵਾਕਿਆ ਆਉਣ ਵਾਲੀਆਂ ਪੰਚਾਇਤੀ ਚੋਣਾਂ ਕਰਕੇ ਇੰਝ ਇੱਥੇ ਵੀ ਇੰਝ ਹੀ ਲੱਗਦਾ ਕਿ ਇਹ ਪੰਚਾਇਤੀ ਚੋਣਾਂ ਕਰਕੇ ਇਹ ਜ਼ਿਆਦਾ ਵਾਕਿਆ ਹੋ ਰਹੇ ਨੇ। ਸਾਨੂੰ ਸਭ ਨੂੰ ਪਤਾ ਹੈ ਕਿ ਚੋਣਾਂ ਦੌਰਾਨ ਇਹ ਸ਼ਰਾਬ ਵੱਡੀ ਤਾਦਾਦ 'ਚ ਵੰਡੀ ਜਾਏਗੀ। ਇਹ ਵੀ ਮੰਨਿਆ ਜਾਂਦਾ ਕਿ ਲੋਕੀ ਸ਼ਰਾਬ ਇਸ ਕਰਕੇ ਘਰ 'ਚ ਕੱਢਦੇ ਨੇ ਕਿਉਂਕਿ ਸਰਕਾਰ ਨੇ ਸ਼ਰਾਬ ਦੇ ਰੇਟ ਬਹੁਤ ਜ਼ਿਆਦਾ ਵਧਾ ਦਿੱਤੇ ਨੇ। ਇਸ ਵੇਲੇ ਪੰਜਾਬ 'ਚ ਸ਼ਰਾਬ ਦੀ ਵਰਤੋਂ ਬਹੁਤ ਵੱਧ ਗਈ ਹੈ। ਸਾਲ 'ਚ ਕਰੀਬ 30 ਕਰੋੜ 30 ਕਰੋੜ ਸ਼ਰਾਬ ਦੀਆਂ ਬੋਤਲਾਂ ਸਿਰਫ ਪੰਜਾਬ 'ਚ ਪੀਤੀਆਂ ਜਾਂਦੀਆਂ ਨੇ। ਮੈਨੂੰ ਯਾਦ ਹੈ ਕਿ ਪੰਜਾਬ ਦੇ ਮਸ਼ਹੂਰ ਲੇਖਕ ਕੁਲਵੰਤ ਸਿੰਘ ਵਿਰਕ, ਜਿਹੜੇ ਹੁਣ ਸਾਡੇ 'ਚ ਨਹੀਂ ਰਹੇ, ਉਹਨਾਂ ਦੀ ਕੁਝ ਸਾਲ ਪਹਿਲਾਂ ਡੈਥ ਹੋ ਗਈ ਸੀ। ਉਹਨਾਂ ਨੇ ਇੱਕ ਵਾਰੀ ਮਜ਼ਾਕ 'ਚ ਲਿਖਿਆ ਸੀ ਕਿ ਪੰਜਾਬ ਦੇ ਵਿੱਚ 3 ਦਰਿਆ ਨੇ, ਸਤਲੁਜ, ਬਿਆਸ ਤੇ ਰਾਵੀ। ਇਹਨਾਂ ਤਿੰਨਾਂ ਦਰਿਆਵਾਂ ਦੇ ਨਾਲ ਨਾਲ ਜਿਹੜੇ 3 ਦਰਿਆ ਹੋਰ ਵਗਦੇ ਨੇ ਉਹ ਨੇ ਇੰਡੀਅਨ ਮੇਡ ਫੋਰਨ ਲਿਕਰ, ਦੇਸੀ ਸ਼ਰਾਬ ਅਤੇ ਘਰ ਦੀ ਕੱਢੀ ਸ਼ਰਾਬ ਦੇ। ਉਹਨਾਂ ਅੱਗੇ ਲਿਖਿਆ ਸੀ ਕਿ ਜਿਹੜੇ ਅਸਲੀ ਦਰਿਆ ਵਾ ਉਹਨਾਂ 'ਚ ਤਾਂ ਹੁਣ ਪਾਣੀ ਸੁੱਕਦਾ ਜਾ ਰਿਹਾ, ਪਰ ਜਿਹੜੇ ਸ਼ਰਾਬ ਦੇ ਦਰਿਆ ਵਾ ਉਹਨਾਂ 'ਚ ਪਾਣੀ ਵੱਧ ਰਿਹਾ। ਵਿਰਕ ਹੁਣਾਂ ਨੇ ਬਿਲਕੁਲ ਠੀਕ ਲਿਖਿਆ ਸੀ, ਪਰ ਸ਼ਾਇਦ ਸਾਨੂੰ ਇੱਕ ਚੌਥਾ ਦਰਿਆ ਵੀ ਇੱਕ ਐਡ ਕਰ ਦੇਣਾ ਚਾਹੀਦਾ। ਉਹ ਹੈ ਡਰੱਗਸ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ, ਜਿਹੜੇ ਪੰਜਾਬ 'ਚ ਬਹੁਤ ਵੱਧ ਰਹੇ ਨੇ। ਆਓ ਦੇਖਦੇ ਹਾਂ ਇਸ 'ਤੇ ਇੱਕ ਰਿਪੋਰਟ। ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਨੇ ਇਹ ਟਰੱਕ ਫੜਿਆ ਸੀਗਾ 20 ਦਾ ਬਰਨਾਲਾ ਬਾਈਪਾਸ 'ਤੇ। ਉਹਨਾਂ ਟਰੱਕ ਸਾਡੇ ਕੋਲ ਡਿਟੇਨ ਕਰਤਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਇਹਦੇ ਬਾਰੇ ਵੀ ਇਹਦੇ ਕਾਗਜ਼ ਪੱਤਰ ਵੈਰੀਫਾਈ ਕਰਕੇ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਵੀ ਟਰੱਕ ਦੀ ਸ਼ਰਾਬ ਸਾਰੀ ਨਜਾਇਜ਼ ਹੈ ਅਤੇ ਇਸ 'ਤੇ ਐਫਆਈਆਰ ਨੂੰ ਦਰਜ ਕਰਤੀ ਗਈ। ਕਮਿਸ਼ਨਰ ਸਾਹਿਬ ਨੇ ਕਿਹਾ ਕਿ ਰੇਡ ਕਰੋ ਤੁਸੀਂ ਮੀਆਂਬਿੰਡ ਪਿੰਡ 'ਚ। ਉੱਥੇ ਅਸੀਂ ਰੇਡ ਕਰਨ ਆਏ ਹਾਂ। ਪੁਲਿਸ ਪਾਰਟੀ ਹੈ ਮੇਰੀ, ਠੇਕੇਦਾਰਾਂ ਦੇ ਬੰਦੇ ਵੀ ਨਾਲ ਹੀ ਨੇ, ਅਤੇ ਇੱਥੋਂ ਸਾਨੂੰ 30 ਕੁ ਡਰਮ ਮਤਲਬ ਰਿਕਵਰ ਹੋਏ ਨੇ, ਜਿਹਦੇ ਵਿੱਚ ਲਾਨ ਹੀ ਲਾਨ ਸੀਗੀ। ਅੱਛਾ, 2 ਘਰਾਂ ਦੇ ਵਿੱਚੋਂ ਮਤਲਬ 2 ਘਰਾਂ ਦੇ ਵਿੱਚ 8-8 9-9 ਡਰਮ ਪਰ ਮਿਲੇ ਨੇ। ਦੂਜੇ ਘਰਾਂ ਦੇ ਵਿੱਚੋਂ ਬੰਦੇ ਭੱਜ ਗਏ ਨੇ ਇਹਨਾਂ ਵਿੱਚੋਂ, ਅਤੇ ਲਵਾਰਿਸ ਵੀ ਮਿਲੀ ਹੈ ਅਤੇ ਛੱਪੜ ਦੇ ਵਿੱਚੋਂ ਮਿਲੀ ਹੈ। ਅਸੀਂ ਗੱਲ ਕਰ ਰਹੇ ਸੀ ਵੀ ਕਿਵੇਂ ਜਿਹੜੀ ਘਰਾਂ 'ਚ ਦੇਸੀ ਸ਼ਰਾਬ ਕੱਢੀ ਜਾਂਦੀ ਆ, ਉਹਦੇ ਬਹੁਤ ਸਾਰੇ ਵਾਕਿਆ ਅੱਜ ਕੱਲ੍ਹ ਸਾਹਮਣੇ ਆ ਰਹੇ ਨੇ। ਵੈਸੇ ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਆਪਣੀ ਵਰਤੋਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਕੱਢਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਮੈਂ ਸੁਣਿਆ ਹੈ ਕਿ ਕੁਝ ਹੋਰ ਮੁਲਕਾਂ ਜਿਵੇਂ ਕਿ ਸ਼ਾਇਦ ਇਟਲੀ, ਨਿਊਜ਼ੀਲੈਂਡ ਔਰ ਨੈਦਰਲੈਂਡਸ ਵਰਗੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਇਜਾਜ਼ਤ ਇਸ ਵੇਲੇ ਹੈ। ਪਰ ਪ੍ਰੋਬਲਮ ਇੱਥੇ ਇਹ ਆਉਂਦੀ ਹੈ ਕਿ ਆਪਣੇ ਲੋਕੀ ਸ਼ਰਾਬ ਆਪਣੇ ਲਈ ਤਾਂ ਕੱਢਣਗੇ ਹੀ, ਨਾਲ ਕੱਢ ਕੇ ਫਿਰ ਵੇਚਣੀ ਵੀ ਸ਼ੁਰੂ ਕਰ ਦੇਣਗੇ। ਔਰ ਕਈ ਜਿਹੜੇ ਆ ਉਹਨਾਂ ਨੂੰ ਜਦੋਂ ਲੱਗੂਗਾ ਵੀ ਇਹ ਬੜੀ ਸਸਤੀ ਸ਼ਰਾਬ ਬਣ ਰਹੀ ਆ, ਉਹ ਸ਼ਾਇਦ ਪੀ ਕੇ ਕਮਲੇ ਵੀ ਹੋ ਸਕਦੇ ਨੇ। ਸੋ ਤੁਸੀਂ ਦੱਸੋ ਕਿ ਘਰ ਦੀ ਸ਼ਰਾਬ ਕੱਢਣ ਨੂੰ ਰੋਕਿਆ ਜਾਣਾ ਚਾਹੀਦਾ ਜਾਂ ਨਹੀਂ, ਅਤੇ ਜੇ ਰੋਕਿਆ ਜਾਣਾ ਚਾਹੀਦਾ ਤਾਂ ਇਹਨੂੰ ਕਿਵੇਂ ਸਾਨੂੰ ਰੋਕਣਾ ਚਾਹੀਦਾ ਵਾ। ਸਾਡੇ ਨਾਲ ਕੁਝ ਕਾਲਰ ਜੁੜੇ ਆ, ਉਹ ਸੁਣਦੇ ਆ ਕੀ ਕਹਿੰਦੇ ਨੇ। ਹੈਲੋ। ਹਾਂਜੀ, ਕੌਣ ਬੋਲ ਰਹੇ ਜੀ? ਮੈਂ ਗੁਰਜਤਿੰਦਰ ਸਿੰਘ ਰੰਧਾਵਾ ਬੋਲ ਰਿਹਾ ਜੀ। ਹਾਂਜੀ ਗੁਰਜਤਿੰਦਰ ਜੀ, ਸਾਡੇ ਸ਼ੋਅ ਦੇ ਵਿੱਚ ਬਹੁਤ ਸਵਾਗਤ ਹੈ। ਤੁਸੀਂ ਕੈਲੀਫੋਰਨੀਆ ਤੋਂ ਬੋਲ ਰਹੇ ਮੇਰੇ ਖਿਆਲ? ਹਾਂਜੀ, ਸੈਕਰਾਮੈਂਟੋ ਤੋਂ ਜੀ। ਹਾਂਜੀ ਗੁਰਜਿੰਦਰ ਜੀ, ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਇਹ ਕੱਲ੍ਹ ਵਾਕਿਆ ਹੋਇਆ ਵਾ ਪਿਆਰਾ ਸਿੰਘ ਦੇ ਉੱਤੇ, ਜਿਹੜਾ ਅਟੈਕ ਹੋਇਆ, ਉਹ ਤੁਹਾਡੇ ਹਿਸਾਬ ਨਾਲ ਕਿਉਂ ਹੋਇਆ ਔਰ ਇਸ ਵੇਲੇ ਪਿਆਰਾ ਸਿੰਘ ਦੀ ਹਾਲਤ ਕੀ ਆ? ਮੈਂ ਪਹਿਲਾਂ ਥੋੜੀ ਜਿਹੀ ਉਹਨਾਂ ਦੀ ਬੈਕਗਰਾਉਂਡ ਦੱਸਦਾ ਜੀ। ਪਿਆਰਾ ਸਿੰਘ ਹੋਰਾਂ ਦੀ, ਹਾਂਜੀ, ਉਹਨਾਂ ਦੀ ਜਿਹੜੀ ਉਮਰ ਆ ਉਹ 82 ਸਾਲ ਦੇ, 82 ਈਅਰ ਓਲਡ ਆ ਉਹ। ਹਾਂਜੀ, ਉਹਨਾਂ ਦਾ ਪਿਛਲਾ ਪਿੰਡ ਜਿਹੜਾ ਜੀ ਤਾਹਰਪੁਰ, ਜ਼ਿਲ੍ਹਾ ਨਵਾਂ ਸ਼ਹਿਰ। ਅੱਛਾ। ਤੇ ਇਹ ਵਾਕਿਆ ਕੱਲ ਨਹੀਂ ਹੋਇਆ, ਇਹ ਸੰਡੇ ਨੂੰ ਸਵੇਰੇ ਹੋਇਆ ਜੀ, ਤਕਰੀਬਨ 7:30 ਵਜੇ। ਅੱਛਾ। ਤੇ ਇੱਕ ਤੇ ਇਹ ਵਾਪਸ ਚੱਲੇ ਸੀ ਗੁਰਦੁਆਰੇ ਤੋਂ ਨਿਕਲ ਕੇ, ਤੇ ਇਹਨਾਂ ਦਾ ਬੇਟਾ ਉੱਥੇ ਪਿਕ ਕਰਨ ਲਈ ਆਇਆ ਸੀ ਇਹਨਾਂ ਨੂੰ ਕਾਰ ਤੇ। ਅੱਛਾ। ਉਹ ਹਲੇ ਗੇਟ ਦੇ ਬਾਹਰ ਹੀ ਖੜਾ ਸੀ। ਅਚਾਨਕ ਉਹਨੇ ਦੇਖਿਆ ਵੀ ਕੋਈ ਬੰਦਾ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੇ ਬਜ਼ੁਰਗਾਂ ਨੂੰ ਕੁੱਟ ਰਿਹਾ ਲੋਹੇ ਦੇ ਰਾਡਾਂ ਨਾਲ।
ਅੱਛਾ। ਤੂੰ ਬੜਾ ਹੈਰਾਨ ਹੋਇਆ ਵੀ ਮੇਰੇ ਬਜ਼ੁਰਗ ਨੂੰ ਇਹ ਤਾਂ ਕੁੱਟੀ ਜਾਂਦਾ, ਉਹਨੇ ਭੱਜ ਕੇ ਉੱਥੇ ਜਿੰਨੇ ਚਿਰ ਨੂੰ ਗਿਆ ਉਹ, ਤੇ ਉਹ ਬੰਦਾ ਜਿਹੜਾ ਸੀਗਾ ਕੁੱਟਣ ਵਾਲਾ ਉਹ ਭੱਜ ਗਿਆ ਉੱਥੋਂ, ਭੱਜਣ ਲੱਗ ਪਿਆ ਛੱਡ ਕੇ ਉਹਨਾਂ ਨੂੰ, ਬਜ਼ੁਰਗਾਂ ਨੂੰ। ਤੇ ਜਦੋਂ ਉਹ ਮਗਰ ਭੱਜਿਆ ਉਹਨਾਂ ਦੇ, ਪਰ ਉਹ ਹੱਥ ਨਹੀਂ ਆਇਆ। ਤੇ ਈਵਨ ਸਰਦਾਰ ਪਿਆਰਾ ਸਿੰਘ ਹੋਰਾਂ ਦੇ ਬੇਟੇ ਨੇ ਜਿਹੜੇ ਉਹਨਾਂ ਨੂੰ ਲੈਣ ਆਏ ਹੋਏ ਸੀ ਕਾਰ ਤੇ, ਉਹਨਾਂ ਨੇ ਉਸ ਜਿਹੜਾ ਜਿਹਨੇ ਕਾਤਲਾਨਾ ਹਮਲਾ ਕੀਤਾ ਸੀ ਉਹਦੇ ਮਗਰ ਵੀ ਕਾਰ ਭਜਾਈ ਆਪਣੀ। ਅੱਛਾ। ਤੇ ਪਰ ਉਹ ਹੱਥ ਨਾ ਆਇਆ। ਤੇ ਪਰ ਇਨ ਬਿਟਵੀਨ ਉਹਨੇ 911 ਨੂੰ ਕਾਲ ਕੀਤੀ ਤੇ ਐਂਬੂਲੈਂਸ ਆ ਗਈ ਤੇ ਉਹਨਾਂ ਨੂੰ, ਬਜ਼ੁਰਗਾਂ ਨੂੰ ਹਸਪੀਟਲ ਲਿਜਾਇਆ ਗਿਆ, ਜਿੱਥੇ ਉਹਨਾਂ ਦੇ ਤਕਰੀਬਨ 20 ਟਾਂਕੇ ਜਿਹੜੇ ਆ ਉਹ ਸਿਰ ਤੇ ਲੱਗੇ ਆ, ਤੇ ਉਹਨਾਂ ਦੀ ਰਿਬਸ ਵੀ ਜਿਹੜੀਆਂ ਉਹ ਵੀ ਟੁੱਟੀਆਂ, ਤੇ ਹੋਰ ਥਾਵਾਂ ਤੇ ਵੀ ਸੱਟਾਂ ਲੱਗੀਆਂ। ਵੈਸੇ ਇਸ ਵੇਲੇ ਪਿਆਰਾ ਸਿੰਘ ਹੋਸ਼ 'ਚ ਨੇ? ਹਾਂਜੀ, ਹੁਣ ਹੋਸ਼ 'ਚ ਹੈਗੇ ਆ ਜੀ, ਹੁਣ ਉਹ ਗੱਲ ਕਰ ਸਕਦੇ ਆ ਤੇ ਖਤਰੇ ਤੋਂ ਬਾਹਰ ਆ। ਤੇ ਜਿਹੜਾ ਅਟੈਕਰ ਸੀ ਗੁਰਚੰਦਰ, ਜਿਹੜਾ ਅਟੈਕਰ ਸੀ ਉਹ ਫਿਰ ਫੜਿਆ ਗਿਆ ਜਾਂ ਨਹੀਂ? ਹਾਂਜੀ, ਉਹ ਇਸ ਤਰ੍ਹਾਂ ਹੋਇਆ, ਫਿਰ ਉਹ ਪੁਲਿਸ ਜਦੋਂ ਉੱਥੇ ਆਈ ਉਹਨਾਂ ਨੇ ਦੱਸਿਆ, ਉਹਨਾਂ ਦੇ ਪਿਆਰਾ ਸਿੰਘ ਹੋਰਾਂ ਦੇ ਬੇਟੇ ਨੇ, ਕਿ ਮੈਂ ਉਹਨੂੰ ਪਛਾਣ ਸਕਦਾ, ਮੈਂ ਉਹਨੂੰ ਦੇਖਿਆ। ਤੇ ਇਨ ਬਿਟਵੀਨ ਹੀ ਉਹਨਾਂ ਨੇ ਰਾਈਟ ਵੇ ਇੰਨੀ ਜ਼ਿਆਦਾ ਮਤਲਬ ਉੱਥੇ ਕੋਸ਼ਿਸ਼ ਕੀਤੀ ਪੁਲਿਸ ਨੇ, ਵਿਦਿਨ 1.5 ਘੰਟਾ ਉਹਨਾਂ ਨੇ ਮਤਲਬ ਉਹਨੂੰ, ਉਸ ਜਿਹੜਾ ਸੀਗਾ ਅਟੈਕਰ, ਉਹਨੂੰ ਅਰੈਸਟ ਕਰ ਲਿਆ। ਸੋ ਕੀ ਇਨਫੋਰਮੇਸ਼ਨ ਇਸ ਵੇਲੇ, ਕੀ ਇਨਫੋਰਮੇਸ਼ਨ ਹੈ ਵੀ ਇਹ ਅਟੈਕਰ ਕੌਣ ਸੀ ਔਰ ਉਹਦਾ ਮੋਟਿਵ ਕੀ ਸੀਗਾ? ਮੋਟਿਵ ਤਾਂ ਜਿਹੜਾ ਪੁਲਿਸ ਨੇ ਤਾਂ ਇਹ ਸ਼ੱਕ ਜ਼ਾਹਿਰ ਕੀਤਾ ਕਿ ਜਿਹੜਾ ਇਹਨਾਂ ਦਾ ਇਹ ਕਹਿ ਸਕਦੇ ਆ ਵੀ ਹੋ ਸਕਦਾ ਵੀ ਮਿਸ ਆਇਡੈਂਟੀਟੀ ਦਾ ਹੀ ਹੈਗਾ ਚੱਕਰ, ਹੇਟ ਕ੍ਰਾਈਮ ਹੋ ਸਕਦਾ, ਪਰ ਪੱਕਾ ਨਹੀਂ ਹਾਲੇ ਕਨਫਰਮ, ਕਿਉਂਕਿ ਉਹ ਜਿਹੜਾ ਖੁਦ ਜਿਹੜਾ ਅਟੈਕਰ ਆ ਉਹ ਅਮਰੀਕਨ ਨਹੀਂ ਹੈਗਾ, ਉਹ ਮੈਕਸੀਕਨ ਆ। ਅੱਛਾ। ਬੇਸਿਕਲੀ ਉਹ ਮੈਕਸੀਕਨ ਆ। ਅੱਛਾ। ਤੇ ਹਾਲੇ ਮਤਲਬ ਗੱਲ ਵਿੱਚ ਵਿਚਾਲੇ ਕਹਿ ਸਕਦੇ ਇਹਨੂੰ, ਤੇ ਕਿਉਂਕਿ ਪਰ ਪੁਲਿਸ ਉਸ ਥੀਮ ਤੇ ਆਪਣਾ ਜਿਹੜਾ ਉਹ ਕੰਮ ਕਰ ਰਹੀ ਆ ਕਿ ਹੇਟ ਕ੍ਰਾਈਮ ਹੋ ਵੀ ਸਕਦਾ। ਤੇ ਦੂਜੀ ਗੱਲ ਇੱਕ ਮੈਂ ਹੋਰ ਦੱਸਣੀ ਚਾਹੁੰਦਾ ਇਹਦੇ ਨਾਲ, ਅੱਜ ਵਿਸ਼ੇਸ਼ ਤੌਰ ਤੇ ਆਪਣੇ ਕੌਂਸਲੇਟ ਆਫਿਸ ਤੋਂ, ਜਿਹੜਾ ਇੰਡੀਅਨ ਕੌਂਸਲੇਟ ਆਫਿਸ ਤੋਂ ਸ਼੍ਰੀ ਆਨੰਦ ਕੁਮਾਰ ਝਾ ਜਿਹੜੇ ਕੌਂਸਲੇਟ ਆ, ਉਹ ਵਿਸ਼ੇਸ਼ ਤੌਰ ਤੇ ਆਪ ਉੱਥੇ ਗਏ ਜੀ। 4 ਘੰਟੇ ਦੀ ਡਰਾਈਵ ਆ ਸਨ ਫਰਾਂਸਿਸਕੋ ਤੋਂ ਫ੍ਰਿਜ਼ਨੋ ਦੀ, ਤੇ ਉਹ ਆਪ ਇਸ ਵੇਲੇ ਰਾਈਟ ਨਾਓ ਉਹ ਇਸ ਵੇਲੇ ਉੱਥੇ ਹੀ ਆ ਹੁਣ ਹਸਪੀਟਲ 'ਚ ਹੀ, ਉਹਨਾਂ ਦਾ ਹਾਲ ਚਾਲ ਪੁੱਛਣ ਲਈ। ਦੇਖੋ ਜੀ ਗੁਰਜਿੰਦਰ ਜੀ, ਸਾਨੂੰ ਫੋਨ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ। ਤੁਸੀਂ ਬੜੀ ਅਹਿਮ ਜਾਣਕਾਰੀ ਦਿੱਤੀ ਆ। ਇੱਕ ਤੇ ਕਿ ਉੱਥੇ ਪੁਲਿਸ ਨੇ ਬਹੁਤ ਚੰਗਾ ਔਰ ਐਫੀਸ਼ੀਐਂਟ ਤਰੀਕੇ ਨਾਲ ਜਿਹੜਾ ਜੋ ਵੀ ਐਕਸ਼ਨ ਲਿਆ, ਔਰ ਦੂਸਰਾ ਕਿ ਆਪਣੇ ਕੌਂਸਲੇਟ ਦੇ ਜਿਹੜੇ ਅਫਸਰ ਨੇ ਉਹ ਵੀ ਉੱਥੇ ਪਹੁੰਚੇ ਨੇ। ਸੋ ਸਾਨੂੰ ਆਸ ਹੈ ਕਿ ਪਿਆਰਾ ਸਿੰਘ ਇਸ ਮੁਸ਼ਕਲ ਦੀ ਘੜੀ 'ਚੋਂ ਸਹੀ ਸਲਾਮਤ ਨਿਕਲ ਸਕਣਗੇ। ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਗੇ ਵੀ ਸਾਨੂੰ ਖਬਰਾਂ ਭੇਜਦੇ ਰਹਿੰਦੇ। ਮੈਨੂੰ ਪਤਾ ਵਾ ਕਿ ਤੁਸੀਂ ਪਿੱਛੇ ਜੇ ਪ੍ਰੋਫੈਸਰ ਭੁੱਲਰ ਦੇ ਬ੍ਰਦਰ ਔਰ ਉਹਨਾਂ ਦੇ ਮਦਰ ਨਾਲ ਵੀ ਯੂਬਾ ਸਿਟੀ ਜਾ ਕੇ ਗੱਲ ਕਰਕੇ ਸਾਨੂੰ ਉਹ ਕੁਝ ਕਲਿੱਪਸ ਭੇਜੇ ਸੀ। ਇੱਕ ਹੋਰ ਕਾਲਰ ਜੁੜਿਆ, ਉਹ ਸੁਣਦੇ ਆ ਕੀ ਕਹਿੰਦੇ ਨੇ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ ਔਰ ਕਿੱਥੋਂ ਬੋਲ ਰਹੇ? ਮੈਂ ਗੁਰਮੇਲ ਸਿੰਘ ਬੋਲ ਰਿਹਾ, ਓਹਾਇਓ ਸੈਂਸਨੇਟੀ ਤੋਂ। ਜਸਬੀਰ ਸਿੰਘ ਓਹਾਇਓ ਤੋਂ। ਹਾਂਜੀ ਜਸਬੀਰ ਸਿੰਘ ਜੀ, ਤੁਹਾਡਾ ਸ਼ੋਅ 'ਚ ਸਵਾਗਤ ਹੈ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਨਹੀਂ ਜੀ, ਗੁਰਮੇਲ ਸਿੰਘ ਚਾਹਲ। ਗੁਰਮੇਲ ਸਿੰਘ, ਹਾਂਜੀ ਥੋੜਾ ਜਿਹਾ ਉੱਚੀ ਬੋਲੋ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਮੈਂ ਗੁਰਮੇਲ ਸਿੰਘ ਚਾਹਲ ਬੋਲ ਰਿਹਾ, ਸੈਂਸਨੇਟੀ ਓਹਾਇਓ ਤੋਂ। ਹਾਂਜੀ ਹਾਂਜੀ ਗੁਰਦੇਵ ਸਿੰਘ ਜੀ। ਕੱਲ ਤੁਹਾਡਾ ਪ੍ਰੋਗਰਾਮ ਆਇਆ ਸੀ, ਬੂਟਾ ਸਿੰਘ ਦੀ ਇੰਟਰਵਿਊ ਦਿਖਾ ਰਹੇ ਸੀ ਤੁਸੀਂ। ਹਾਂਜੀ ਹਾਂਜੀ, ਉਹ ਕੁਝ ਚਿਰ ਪਹਿਲਾਂ ਕੀਤੀ ਸੀਗੀ ਜੀ। ਹਾਂਜੀ ਹਾਂਜੀ, ਕੱਲ ਪ੍ਰੋਗਰਾਮ ਆਇਆ ਸੀ ਸੰਡੇ ਨੂੰ ਉਹ। ਅੱਛਾ ਜੀ। ਅਸੀਂ ਉਹ ਨਵੰਬਰ ਦੇ 83 ਦੇ ਦੰਗਿਆਂ ਦੇ ਵਿੱਚ ਉੱਥੇ ਸੀ, ਮੈਂ 35 ਸਾਲ ਦਿੱਲੀ ਰਹਿ ਕੇ ਆਇਆ। ਅੱਛਾ ਜੀ। ਉਹ ਜਿਹੜਾ ਤਾਪ ਸੀ ਨਾ ਸਾਡਾ ਪਿੰਡੇ ਤੇ ਹਟਾਇਆ ਗਿਆ 3 ਦਿਨ 4 ਦਿਨ। ਸਾਨੂੰ ਪਤਾ ਵੀ ਜਿਸ ਤਰ੍ਹਾਂ ਅਸੀਂ ਆਪਦੀਆਂ ਜਾਨਾਂ ਬਚਾਈਆਂ ਉੱਥੋਂ। ਅੱਛਾ। ਇਹ ਬੂਟਾ ਸਿੰਘ ਤੇ ਗਿਆਨੀ ਜੈ ਸਿੰਘ ਉਸ ਵੇਲੇ ਸਮਝੋ ਰਾਸ਼ਟਰਪਤੀ ਸੀ, ਇਹ ਹੋਮ ਮਿਨਿਸਟਰ ਸੀ ਬੂਟਾ ਸਿੰਘ ਜੀ ਜੀ। ਅੱਛਾ, ਇਹਨਾਂ ਨੇ ਕੋਈ ਹੈਲਪ ਨਹੀਂ ਕਿਸੇ ਦੀ, ਇਹ ਕੁਝ ਵੀ ਕਰ ਸਕਦੇ ਜੋ 20 ਮੀਲ ਜੀ 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 ਗੁਰਦੇਵ ਜੀ, ਕਿਉਂਕਿ ਤੁਹਾਡੀ ਆਵਾਜ਼ ਕੱਟ ਰਹੀ ਆ, ਮੈਨੂੰ ਇਹ ਫੋਨ ਇੱਥੇ ਕੱਟਣਾ ਪਊ। ਮੈਂ ਤੁਹਾਡੀ ਗੱਲ ਸਮਝ ਗਿਆ ਕਿ ਤੁਸੀਂ 84 ਦੇ ਦੰਗਿਆਂ ਨੂੰ ਆਪ ਹੰਡਾਇਆ ਵਾ, ਔਰ ਤੁਸੀਂ ਵੇਖਿਆ ਕਿ ਉਸ ਵੇਲੇ ਜਿਹੜੇ ਵੀ ਸੱਤਾ ਦੇ ਵਿੱਚ ਸੀ ਲੋਕੀ, ਜਿਵੇਂ ਕਿ ਗਿਆਨੀ ਜ਼ੈਲ ਸਿੰਘ ਉਦੋਂ ਰਾਸ਼ਟਰਪਤੀ ਸੀ, ਬੂਟਾ ਸਿੰਘ ਉਦੋਂ ਹੋਮ ਮਿਨਿਸਟਰ ਸੀ, ਇਹਨਾਂ ਲੋਕਾਂ ਨੇ ਉਸ ਵੇਲੇ ਕੁਝ ਨਹੀਂ ਕੀਤਾ ਇਸ ਹਿੰਸਾ ਨੂੰ ਰੋਕਣ ਵਾਸਤੇ ਔਰ ਜਿਹੜੇ ਪੀੜਿਤ ਲੋਕੀ ਆ ਉਹਨਾਂ ਦੀ ਮਦਦ ਕਰਨ ਵਾਸਤੇ। ਕਿਉਂਕਿ ਤੁਹਾਡੀ ਕਾਲ ਕਲੀਅਰ ਨਹੀਂ ਸੀ, ਮੈਨੂੰ ਵਿੱਚ ਕੱਟਣੀ ਪਈ। ਅੱਜ ਕੋਈ ਪ੍ਰੋਬਲਮ ਆ ਰਹੀ ਹੈ ਸਾਡੇ ਇਸ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ। ਇੱਕ ਹੋਰ ਕਾਲਰ ਨੇ, ਔਰ ਸੁਣਦੇ ਹੋ ਕੀ ਕਹਿੰਦੇ ਨੇ। ਆਈ ਹੋਪ ਦਿਸ ਟਾਈਮ ਇਟ ਇਜ਼ ਕਲੀਅਰ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਹਾਂਜੀ, ਮੈਂ ਜੀ ਕੈਲੀਫੋਰਨੀਆ ਤੋਂ, ਸੈਕਰਾਮੈਂਟੋ ਤੋਂ ਬੋਲ ਰਿਹਾ, ਹਰਦੀਪ ਸਿੰਘ। ਹਰਦੀਪ ਸਿੰਘ ਕੈਲੀਫੋਰਨੀਆ ਤੋਂ। ਹਾਂਜੀ ਹਰਦੀਪ ਸਿੰਘ ਜੀ।
ਹਾਂਜੀ ਮੇਰੇ ਭਾਜੀ ਮੇਰੇ ਦੋ ਟੌਪਿਕ ਹੈ, ਮੈਂ ਤੁਹਾਨੂੰ ਸ਼ੋਰ ਕਰਨਾ ਚਾਹੁੰਦਾ ਹਾਂ। ਹਾਂ ਹਾਂ, ਥੋੜਾ ਉੱਚੀ ਬੋਲੋ। ਹਾਂਜੀ, ਇੱਕ ਤਾਂ ਮੇਰਾ ਹੈਗਾ ਮੇਰਾ ਵਿਚਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਅਵਤਾਰ ਸਿੰਘ ਬੱਕੜ ਕਹਿੰਦਾ ਸੰਤ ਜਿਹੜਾ ਹੈ ਭਿੰਡਰਾਂਵਾਲਾ ਦੀ ਦਾ ਨਾਮ ਤੋਂ ਲਾ ਦੇਣਾ ਹੈਗਾ ਜੀ। ਪੁੱਛਣ ਉਹ ਬਾਲਾ ਵੀ ਉਹਨੇ ਕਿੰਨੀਆਂ ਕੁਰਬਾਨੀਆਂ ਕੀ ਉਹ ਤੱਕ ਉਹ ਕਹਿ ਰਿਹਾ ਹੈ ਨਾ, ਉਹ ਕਿ ਧਾਰਮਿਕ ਸੰਸਥਾ ਹੋ ਕੇ ਤਾਂ ਕਹਿ ਰਿਹਾ, ਉਹਨੂੰ ਕਹਿਣਾ ਨਹੀਂ ਚਾਹੀਦਾ, ਉਹਨੂੰ ਸਿਫਾ ਦੇ ਦੇਣਾ ਚਾਹੀਦਾ ਆ। ਹਾਂਜੀ, ਦੂਜੀ ਗੱਲ ਜੀ ਮੇਰੀ ਇਹ ਆ, ਜਿਹੜਾ ਆਪਣੇ 84 ਕਤਲੇਆਮ ਹੋਇਆ ਸਿੱਖਾਂ ਦਾ ਨਾ। ਹਾਂਜੀ ਹਾਂਜੀ, ਉਹਦੇ ਵਿੱਚ ਦੇਖੋ ਸਿੱਖਾਂ ਕਿੰਨੇ ਕਤਲੇਆਮ ਹੋਇਆ ਸ਼ਰੇਆਮ, ਹਨਾ ਜੀ। ਤੇ ਉਹ ਸੱਜਣ ਕੁਮਾਰ ਨੂੰ ਇੱਕ ਉਹਨੂੰ ਬਰੀ ਕਰ ਰਹੀ ਆ, ਹਨਾ। ਪਰ ਸਿੱਖਾਂ ਦੀਆਂ ਇਹ ਭਾਵਨਾ ਨੂੰ ਇਹ ਉਛਾਲ ਰਿਹਾ ਇੱਕ ਵਾਰੀ, ਹਨਾ। ਇਹਨਾਂ ਨੂੰ ਮੈਨੂੰ ਸੌਰੀ ਜੀ, ਤੁਹਾਨੂੰ ਵੀ ਮੈਨੂੰ ਕੱਟਣਾ ਪਊ, ਕਾਲ ਦੇ ਵਿੱਚ ਪ੍ਰੋਬਲਮ ਆ ਰਹੀ ਆ। ਅਸੀਂ ਇਹਨੂੰ ਜਿਹੜੀ ਸਿਸਟਮ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨੂੰ ਹੱਲ ਕਰਕੇ ਅਸੀਂ ਤੁਹਾਡੇ ਕੋਲ ਦੁਬਾਰਾ ਆਉਂਦੇ ਹਾਂ। ਉਹਨੇ ਚਿਰ ਅਸੀਂ ਅੱਗੇ ਵਧ ਰਹੇ ਹਾਂ, ਕਿਉਂਕਿ ਕੱਲ੍ਹ ਦੇ ਸ਼ੋਅ 'ਚ ਸੜਕ ਹਾਦਸਿਆਂ ਬਾਰੇ ਅਸੀਂ ਗੱਲ ਕੀਤੀ ਸੀ। ਇਸ ਮਸਲੇ 'ਤੇ ਕੁਝ ਸੂਝਵਾਨ ਸੱਜਣਾਂ ਨੇ ਆਪਣੇ ਵਿਚਾਰ ਭੇਜੇ ਨੇ। ਨਿਊ ਜਰਸੀ USA ਤੋਂ ਹਰਜਾਪ ਸਿੰਘ ਔਜਲਾ ਲਿਖਦੇ ਨੇ ਕਿ ਸਾਰੀਆਂ ਸੜਕਾਂ 'ਚ ਡਿਵਾਈਡਰ ਹੋਣੇ ਚਾਹੀਦੇ ਨੇ ਅਤੇ ਵੱਡੀਆਂ ਸੜਕਾਂ 'ਚ 3-3 ਲੇਨ ਸੜਕ ਦੇ ਦੋਵੇਂ ਪਾਸੇ ਹੋਣੀਆਂ ਚਾਹੀਦੀਆਂ ਨੇ। ਇਸ ਨਾਲ ਛੋਟੇ ਜਿਹੜੇ ਵਾਹਨ ਆ, ਛੋਟੇ ਵਹੀਕਲਸ ਆ, ਉਹਨਾਂ ਨੂੰ ਵੀ ਚੱਲਣ ਵਾਸਤੇ ਜਗ੍ਹਾ ਮਿਲ ਸਕੂਗੀ। ਜੇ ਉਹ ਹੋ ਜਾਵੇ ਤਾਂ ਉਹਨਾਂ ਦਾ ਖਿਆਲ ਹੈ ਕਿ ਬਹੁਤ ਸਾਰੇ ਐਕਸੀਡੈਂਟ ਹੋਣ ਤੋਂ ਬਚ ਜਾਣਗੇ। ਨਿਊਯਾਰਕ ਤੋਂ ਖੁਸ਼ਵੰਤ ਨਿੱਜਰ ਨੇ ਵੀ ਲਿਖਿਆ ਹੈ ਕਿ ਸੜਕ ਹਾਦਸੇ ਇਸ ਕਰਕੇ ਹੋ ਰਹੇ ਨੇ ਔਰ ਲੋਕੀ ਬਹੁਤ ਵੱਡੀ ਤਾਦਾਦ 'ਚ ਮਰ ਰਹੇ ਨੇ ਕਿਉਂਕਿ ਟ੍ਰੈਫਿਕ ਉੱਤੇ ਕੋਈ ਕੰਟਰੋਲ ਨਹੀਂ ਹੈ। ਹੋਰ ਤਾਂ ਹੋਰ ਪਾਰਕਿੰਗ ਦੀਆਂ ਥਾਵਾਂ 'ਤੇ ਵੀ ਕੋਈ ਕੰਟਰੋਲ ਨਹੀਂ ਹੈ। ਹਰਜਾਪ ਜੀ, ਖੁਸ਼ਵੰਤ ਨਿੱਜਰ ਜੀ, ਇਹ ਵਿਚਾਰ ਭੇਜਣ ਵਾਸਤੇ ਬਹੁਤ ਬਹੁਤ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਇਸ ਮਸਲੇ ਉੱਤੇ ਇੱਕ ਹੋਰ ਖੁੱਲ੍ਹੀ ਬਹਿਸ ਹੋ ਸਕੇ ਸੋ ਦੈਟ ਬਾਹਰਲੇ ਮੁਲਕਾਂ ਵਾਂਗ ਇੱਥੇ ਵੀ ਸੜਕਾਂ 'ਤੇ ਕੋਈ ਕਾਨੂੰਨੀ ਵਿਵਸਥਾ ਨਜ਼ਰ ਆ ਸਕੇ। ਇੱਕ ਕਾਲਰ ਹੈ, ਸ਼ਾਇਦ ਲਾਈਨ ਕਲੀਅਰ ਹੋਵੇ, ਦੇਖਦੇ ਹਾਂ ਕੀ ਕਹਿੰਦੇ ਨੇ। ਹੈਲੋ ਹਾਂਜੀ, ਕੌਣ ਬੋਲ ਰਹੇ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਸਮੀਪ ਸਿੰਘ ਬੋਲ ਰਿਹਾ ਡੇਟਨ ਓਹਾਇਓ ਤੋਂ। ਹਾਂਜੀ ਸਮੀਪ ਸਿੰਘ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਇਹ ਜੀ ਜਿਹੜਾ ਇੱਥੇ ਕੈਲੀਫੋਰਨੀਆ ਅਟੈਕ ਹੋਇਆ ਜਿੱਥੇ ਮਿਸਟੇਕਨ ਆਇਡੈਂਟੀ, ਉੱਥੇ ਅੱਜ ਸ਼ਾਮ ਨੂੰ FBI ਵੀ ਪ੍ਰੋਗਰਾਮ ਕਰ ਰਹੀ ਹੈ ਸਾਰੀ ਕਮਿਊਨਿਟੀ ਦੇ ਨਾਲ ਦੱਸਣ ਲਈ ਨਾ। ਸ਼ਾਮ ਨੂੰ ਅੱਜ ਇਸ ਵੇਲੇ ਹੋ ਰਿਹਾ ਉੱਥੇ ਜੀ, ਤੇ ਕਮਿਊਨਿਟੀ ਨੂੰ ਅਪਡੇਟ ਕਰਨ ਲਈ। ਸੈਕੰਡ ਥਿੰਗ, ਤੁਸੀਂ ਪਹਿਲਾਂ ਵੀ ਕਿਸੇ ਸੱਜਣ ਨੇ ਕਿਹਾ ਸੀਗਾ ਕਿ ਮਿਸਟੇਕਨ ਆਇਡੈਂਟੀ ਦੀ ਪ੍ਰੋਬਲਮ ਆਉਂਦੀ ਹੈ, ਜਾਂ ਕਿਸੇ ਨੇ ਸਵਿਟਜ਼ਰਲੈਂਡ ਵੀ ਕਿਹਾ ਸੀ ਕਿ ਸਾਨੂੰ ਉਹਨਾਂ ਨੂੰ ਸਿੱਖਾਂ ਬਾਰੇ ਪਤਾ ਨਹੀਂ ਹੈਗਾ ਜੀ। ਇੱਥੇ ਮੇਨ ਇਸ਼ੂ ਇਸ ਤਰ੍ਹਾਂ ਹੈ ਕਿ ਜਿਹੜੇ ਜੂਜ਼ ਨੇ ਉਹ ਸਿਰਫ ਕੁਝ ਪਰਸੈਂਟੇਜ ਹੈਗੀ ਉਹਨਾਂ ਦੀ ਅਮਰੀਕਾ 'ਚ ਜੀ, ਪਰ ਉਹ ਸਾਰਾ ਅਮਰੀਕਾ ਕੰਟਰੋਲ ਕਰਦੇ ਨੇ। ਉਹਦਾ ਰੀਜ਼ਨ ਮੇਨ ਇਹ ਹੈਗਾ ਜੀ, ਤੇ ਸਾਡੇ ਐਕਚੁਅਲੀ ਬੰਦਿਆਂ ਨੂੰ ਵੀ ਸਮਝ ਨਹੀਂ ਆ ਰਿਹਾ। ਅਸੀਂ ਮਿਲੀਅਨਸ ਆਫ ਡਾਲਰ ਅਸੀਂ ਗੁਰਦੁਆਰਿਆਂ ਤੇ ਲਗਾ ਰਹੇ ਨੇ ਤੇ ਝਗੜਿਆਂ 'ਚ ਲਗਾ ਰਹੇ ਨੇ, ਵਿਚ ਇਜ਼ ਗੁੱਡ, ਗੁਰਦੁਆਰੇ ਵੀ ਹੋਣੇ ਚਾਹੀਦੇ ਨੇ ਜੀ। ਪਰ ਜਿਹੜਾ ਸਾਡਾ ਮੇਨ ਸਿਸਟਮ, ਜਿਹੜੇ ਜੂਜ਼ ਨੇ ਨਾ, ਉਹਨਾਂ ਨੇ ਇੱਥੇ ਅਮਰੀਕਾ 'ਚ ਜਿੰਨੇ ਹਸਪੀਟਲ ਨੇ ਟੌਪ ਲੈਵਲ ਦੇ, ਉਹ ਸਾਰੇ ਜੂਜ਼ ਰਨ ਕਰਦੇ ਨੇ। ਠੀਕ ਹੈ। ਜਿੰਨੇ ਇੰਸਟੀਟਿਊਸ਼ਨ ਨੇ ਉਹ ਸਾਰੇ ਜੂਜ਼ ਰਨ ਕਰਦੇ ਨੇ। ਉਹ ਕਿਉਂਕਿ ਉਹ ਇਹਨਾਂ ਕੰਮਾਂ 'ਚ ਪੈਸੇ ਲਗਾਉਂਦੇ ਨੇ। ਪਲੱਸ ਜਿੰਨੇ ਵੀ ਪੋਲੀਟੀਸ਼ੀਅਨ, ਜਿਸ ਤਰ੍ਹਾਂ ਜਦੋਂ ਇਹਨਾਂ ਦੀ ਇਲੈਕਸ਼ਨਸ ਹੁੰਦੀਆਂ, ਦੇ ਕੰਟਰੀਬਿਊਟ ਅ ਲੋਟ ਆਫ ਮਨੀ ਟੂ ਦ ਪੋਲੀਟੀਕਲ ਫੰਡ। ਰਾਈਟ। ਤੇ ਉਹ ਫਿਰ ਉਹਨਾਂ ਕਰਕੇ ਉਹਨਾਂ ਦੀ ਸੁਣਵਾਈ ਬੜੀ ਹੈਗੀ ਹੈ ਜੀ। ਤੇ ਅਨਫੋਰਚੂਨੇਟਲੀ ਅਸੀਂ ਬੜੇ ਲੱਕੀ ਹੈਗੇ ਕਿ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਬਣੀਆਂ, ਸਿੱਖ ਕੋਲੀਸ਼ਨ ਹੋ ਗਈ, ਸੈਲਡਫ ਹੋ ਗਈ, ਇਹ ਸਾਰੀਆਂ ਗੁਰਦੁਆਰੇ ਦੇ ਸਟਰਕਚਰ ਤੋਂ ਬਾਹਰ ਬਣੀਆਂ ਵਾ। ਗੁਰਦੁਆਰੇ ਦਾ ਕੰਮ ਤਾਂ ਚਲੋ ਧਰਮ ਦਾ ਪ੍ਰਚਾਰ ਕਰਨਾ, ਬਟ ਲੱਕੀਲੀ ਸਿੱਖ ਕੋਲੀਸ਼ਨ ਨੇ ਇਸ ਵੇਲੇ ਉਹ ਕੰਮ ਕੀਤਾ ਹੈ ਜੋ ਕੋਈ ਵੀ ਮਤਲਬ ਇੱਥੇ ਕਰ ਨਹੀਂ ਸਕਿਆ ਗੁਰਦੁਆਰੇ ਵਿੱਚੋਂ ਵੀ ਜੀ। ਸੋ ਇਹ ਜਿਹੜੀਆਂ ਆਰਗੇਨਾਈਜੇਸ਼ਨ ਬਣੀਆਂ ਇਹ ਸਾਰੀਆਂ ਗੁਰਦੁਆਰੇ ਤੋਂ ਬਾਹਰ ਬਣੀਆਂ। ਪਰ ਜਦੋਂ ਉਹਨਾਂ ਨਾਲ ਗੱਲ ਕੀਤੀ ਹੈ ਸਿੱਖ ਕੋਲੀਸ਼ਨ ਨਾਲ, ਉਹ ਵੀ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਇੱਥੇ ਵਾਈਟ ਹਾਊਸ 'ਚ ਜੇ ਅਸੀਂ ਕੁਝ ਕਹਿਣਾ ਉਹਨਾਂ ਨੂੰ ਜੀ, ਸਾਡੀ ਉੱਥੇ ਪਹਿਲੀ ਗੱਲ ਉਹਨਾਂ ਦੇ ਨਾਲ ਕੰਟਰੀਬਿਊਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਜੀ। ਤੇ ਪਲੱਸ ਜਦੋਂ ਫੰਡ ਡਰਾਈਵ ਵੀ ਕਰਦੇ ਨੇ, ਫੰਡਿੰਗ ਇਕੱਠੀ ਹੁੰਦੀ ਹੈ, ਪਰ ਮਿਲੀਅਨਸ ਆਫ ਡਾਲਰ ਗੁਰਦੁਆਰੇ ਤੇ ਲੱਗ ਰਹੇ ਨੇ ਜੀ। ਤੇ ਪਰ ਜੇ ਇਸ ਪਾਸੇ ਆਪਣੀ ਸੰਗਤ ਧਿਆਨ ਦੇਵੇ ਨਾ ਲੋਕ, ਤੇ ਇਹ ਕਾਫੀ ਸਾਡਾ ਫਿਰ ਜਿਹੜਾ ਮਿਸਟੇਕਨ ਆਇਡੈਂਟੀ ਦਾ ਕੰਮ ਉਹ ਵੀ ਥੋੜਾ ਹੋ ਜਾਏਗਾ। ਬਿਲਕੁਲ ਜੀ, ਮੈਂ ਤੁਹਾਨੂੰ ਵਿੱਚ ਕੱਟ ਰਿਹਾ ਵਾਂ। ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ, ਬਹੁਤ ਅਹਿਮ ਗੱਲ ਕੀਤੀ ਹੈ, ਬਹੁਤ ਚੰਗਾ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਗੁਰਦੁਆਰਿਆਂ 'ਤੇ, ਆਪਣੇ ਧਰਮ ਸਥਾਨਾਂ 'ਤੇ ਪੈਸਾ ਖਰਚਣਾ ਚਾਹੀਦਾ ਵਾ, ਪਰ ਉਹਦੇ ਨਾਲ ਸਾਨੂੰ ਇਹ ਵੀ ਲੋੜ ਆ ਕਿ ਅਸੀਂ ਆਪਣੇ ਬਾਰੇ ਦੱਸ ਸਕੀਏ। ਅਸੀਂ ਗੁਰਦੁਆਰਿਆਂ 'ਚੋਂ, ਆਪਣੀ ਕਮਿਊਨਿਟੀ 'ਚੋਂ ਬਾਹਰ ਨਿਕਲ ਕੇ ਦੂਜੀ ਕਮਿਊਨਿਟੀਜ਼ ਨੂੰ ਤੱਕ ਅਸੀਂ ਪਹੁੰਚ ਸਕੀਏ, ਉਹਨਾਂ ਨੂੰ ਆਪਣੇ ਬਾਰੇ ਦੱਸ ਸਕੀਏ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਮੁਸਲਿਮਸ ਦੇ ਖਿਲਾਫ ਕੁਝ ਮੁਲਕਾਂ ਦੇ ਵਿੱਚ 9/11 ਤੋਂ ਬਾਅਦ ਬਹੁਤ ਜ਼ਿਆਦਾ ਰੋਸ ਆ, ਔਰ ਕਈ ਵਾਰ
ਉਹਨਾਂ ਨੂੰ ਮਿਸਟੇਕਨ ਆਈਡੈਂਟੀਟੀ ਸਮਝ ਕੇ ਦੂਜੇ ਧਰਮ ਦੇ ਲੋਕਾਂ 'ਤੇ ਵੀ, ਕਿਉਂਕਿ ਕਈ ਲੋਕ ਜਿਹੜੇ ਆ ਉਹ ਸਿਰ ਦੇ ਉੱਤੇ ਦਸਤਾਰ ਬੰਨ੍ਹਦੇ ਨੇ, ਉਹਦੇ ਕਰਕੇ ਲੋਕਾਂ ਨੂੰ ਗਲਤੀ ਲੱਗ ਜਾਂਦੀ ਹੈ, ਮਿਸਟੇਕਨ ਆਈਡੈਂਟੀਟੀ ਦਾ ਨਹੀਂ ਪਤਾ ਲੱਗਦਾ, ਔਰ ਇਸ ਕਰਕੇ ਮਿਸਟੇਕਨ ਆਈਡੈਂਟੀਟੀ ਕਰਕੇ ਉਹ ਕਈ ਵਾਰਾਂ ਸਿੱਖਾਂ ਦੇ ਉੱਤੇ ਵੀ ਅਟੈਕ ਹੁੰਦੇ ਰਹੇ ਆ। ਇਹਦੇ 'ਚ ਸਾਨੂੰ ਬਹੁਤ ਜ਼ਿਆਦਾ ਲੋੜ ਆ ਲੋਕਾਂ ਨੂੰ ਦੱਸਣ ਦੀ ਕਿ ਇਹ ਜਿਹੜਾ ਧਰਮ ਆ ਇਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਇਹ ਧਰਮ ਲੋਕਾਂ ਨੂੰ ਜੋੜਦਾ ਵਾ, ਇਹ ਸਰਬੱਤ ਦਾ ਭਲਾ ਮੰਗਦਾ ਵਾ, ਔਰ ਇਹ ਜਿਹੜਾ ਧਰਮ ਆ ਇਹ ਕਿਸੇ ਨਾਲ ਜੇ ਜ਼ਿਆਦਤੀ ਹੋਵੇ ਤਾਂ ਉਹਦੇ 'ਚ ਇੰਟਰਵੀਨ ਕਰਦਾ ਵਾ, ਇਹ ਕਿਸੇ 'ਤੇ ਜ਼ਿਆਦਤੀ ਕਰਦਾ ਨਹੀਂ। ਸਾਡੀ ਇਹ ਕੋਸ਼ਿਸ਼ ਆ, ਸਾਡੇ ਗੁਰੂਆਂ ਨੇ ਸਾਨੂੰ ਇਹੋ ਹੀ ਸਿਖਾਇਆ ਵਾ। ਮੇਰਾ ਖਿਆਲ ਇੱਕ ਇਹ ਵੀ ਆ ਕਿ ਇਹਦੇ ਨਾਲ ਨਾਲ ਸਾਨੂੰ ਆਪਣੀ ਵੱਖਰੀ ਪਹਿਚਾਣ ਤਾਂ ਜ਼ਰੂਰ ਰੱਖਣੀ ਚਾਹੀਦੀ ਆ, ਲੇਕਿਨ ਨਾਲ ਨਾਲ ਸਾਨੂੰ ਉੱਥੋਂ ਦੀ ਜਿਹੜੀ ਸੁਸਾਇਟੀ ਆ, ਸਮਾਜ ਆ, ਉਹਦੇ 'ਚ ਕੁਝ ਅਸਿਮੀਲੇਟ ਹੋਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਆ। ਮੈਨੂੰ ਯਾਦ ਹੈ ਯੂਨੀਵਰਸਿਟੀ ਤੋਂ ਡਾਕਟਰ ਜਸਬੀਰ ਸਿੰਘ ਕੰਗ ਨੇ ਇਹਦੇ ਬਾਰੇ ਇੱਕ ਲੇਖ ਵੀ ਲਿਖਿਆ ਸੀ, ਬਹੁਤ ਚੰਗਾ ਲੇਖ ਸੀਗਾ ਕਿ ਕਿਵੇਂ ਸਾਨੂੰ ਬਾਕੀ ਕਮਿਊਨਿਟੀਜ਼ ਦੇ ਨਾਲ ਅਸਿਮੀਲੇਟ ਕਰਨ ਦੀ ਲੋੜ ਆ। ਕਈ ਵਾਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਵਾ ਵੀ ਜੋ ਅਸੀਂ ਕਰਦੇ ਹਾਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਉਹਦੇ ਨਾਲ ਅਸੀਂ ਕਿਸੇ ਨੂੰ ਠੋਸ ਦੁੱਖ ਤਾਂ ਨਹੀਂ ਪਹੁੰਚਾ ਰਹੇ। ਇਹ ਕਿਉਂਕਿ ਬੜਾ ਜ਼ਰੂਰੀ ਆ, ਕਿਉਂਕਿ ਕਈ ਵਾਰ ਆਪਾਂ ਆਪਣੇ ਬਿਨਾਂ ਸੋਚੇ ਹੀ ਅਸੀਂ ਕਈ ਵਾਰ ਇਹੋ ਜਿਹੇ ਕੰਮ ਕਰਦੇ ਹਾਂ ਜਿਹਦੇ ਨਾਲ ਲੋਕੀ ਡਿਸਟਰਬਡ ਫੀਲ ਕਰਦੇ ਆ, ਉਹਨਾਂ ਦੀਆਂ ਜਿਹੜੇ ਰਾਈਟਸ ਆ ਉਹ ਵਾਇਲੇਟਡ ਫੀਲ ਕਰਦੇ ਆ। ਮੈਨੂੰ ਯਾਦ ਹੈ ਇੱਥੇ ਕਈ ਵਾਰ ਟੈਨਸ਼ਨ ਹੋ ਜਾਂਦੀ ਸੀ ਜਦੋਂ ਕੋਈ ਧਰਮ ਦੇ ਲੋਕੀ ਰਾਤ ਨੂੰ ਲੇਟ ਨਾਈਟ ਧਾਰਮਿਕ ਪ੍ਰੋਗਰਾਮ ਕਰਦੇ, ਜਗਰਾਤਾ ਕਰਦੇ ਸੀਗੇ। ਸੋ ਦੂਜੇ ਧਰਮ ਦੇ ਲੋਕੀ ਜਿਹੜੇ ਸੀ ਉਹ ਫੀਲ ਕਰਦੇ ਸੀ ਕਿ ਉਹਨਾਂ ਦੇ ਬੱਚਿਆਂ ਨੇ ਪੜ੍ਹਨਾ ਵਾ, ਉਹ ਪੜ੍ਹ ਨਹੀਂ ਸਕਦੇ। ਜਾਂ ਅਸੀਂ ਸਿੱਖ ਹੀ ਆਪ ਕਈ ਵਾਰ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਅਸੀਂ ਕਈ ਵਾਰ ਪ੍ਰਭਾਤ ਫੇਰੀ ਕੱਢਦੇ ਹਾਂ, ਵੇਖੋ ਸਾਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਸਾਡੇ ਤੇ ਗੁਰੂ ਜਿਹੜੇ ਆ ਉਹ ਸਾਡੇ ਘਰ ਆਉਂਦੇ ਨੇ ਜਾਂ ਸਾਡੇ ਘਰ ਦੇ ਅੱਗੋਂ ਦੀ ਲੰਘਦੇ ਨੇ, ਲੇਕਿਨ ਜਿਹੜੇ ਦੂਜੇ ਧਰਮ ਦੇ ਲੋਕ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ, ਉਹ ਫੀਲ ਕਰਦੇ ਆ ਵੀ ਸਵੇਰੇ ਸਵੇਰੇ ਤੁਸੀਂ ਸਾਨੂੰ ਜਗਾਤਾ, ਜਿਹੜੇ ਉਸ ਵੇਲੇ ਸੌਣਾ ਚਾਹੁੰਦੇ। ਸੋ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਬਾਕੀ ਧਰਮ ਦੇ ਲੋਕ ਜਿਹੜੇ ਆ ਵਾਇਲੇਟਡ ਫੀਲ ਕਰਨ। ਮੈਂ ਨਹੀਂ ਕਹਿ ਰਿਹਾ ਕਿ ਇਹ ਜਿਹੜਾ ਇਨਸੀਡੈਂਟ ਹੈ ਇਸ ਕਰਕੇ ਹੋਇਆ, ਪਰ ਇਹ ਹੇਟ ਕ੍ਰਾਈਮ ਜਿਹੜੀ ਆ, ਨਫ਼ਰਤੀ ਹਿੰਸਾ, ਇਹਦੇ ਖਿਲਾਫ ਤੇ ਸਾਨੂੰ ਲੜਾਈ ਲੜਨੀ ਚਾਹੀਦੀ ਆ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਪਰ ਨਾਲ ਨਾਲ ਆਪਣੇ ਬਾਰੇ ਵੀ ਸਾਨੂੰ ਆਪਣੇ ਜਿਹੜੇ ਕਿਰਦਾਰ ਆ ਉਹਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ। ਇੱਕ ਹੋਰ ਕਾਲਰ ਜੁੜੇ ਆ, ਉਹ ਸੁਣਦੇ ਆ ਕੀ ਕਹਿੰਦੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਨੀਅਰ ਤੋਂ ਆਲਾ ਬੋਲਦਾ ਜੀ। ਕੌਣ ਬੋਲ ਰਹੇ ਜੀ? ਨੀਅਰ ਤੋਂ ਲਾਲ ਚੰਦ ਆਲਾ ਬੋਲਦਾ ਜੀ ਮੈਂ, ਨਿਊਯਾਰਕ ਤੋਂ। ਫਿਰ ਜੀ ਆਵਾਜ਼ ਫਿਰ ਨਹੀਂ ਠੀਕ ਆ ਰਹੀ, ਮੈਨੂੰ ਮਾਫ ਕਰਿਓ, ਦੁਬਾਰਾ ਤੁਹਾਨੂੰ ਕਾਲ ਕਰਨੀ ਪੈਣੀ ਹੈ। ਆਈ ਐਮ ਸੋ ਸੌਰੀ ਦੈਟ ਆਈ ਐਮ ਡਿਸਟਰਬਿੰਗ ਯੂ ਲਾਈਕ ਦਿਸ, ਬਟ ਇੱਕ ਵਾਰੀ ਫਿਰ ਪਲੀਜ਼ ਕਾਲ ਕਰਿਓ। ਇੱਕ ਹੋਰ ਕਾਲਰ ਆ, ਸੁਣਦੇ ਆ, ਸ਼ਾਇਦ ਇਹਨਾਂ ਦੀ ਕਾਲ ਕਲੀਅਰ ਹੋਵੇ। ਹੈਲੋ ਹਾਂਜੀ, ਪਟਿਆਲੇ ਤੋਂ ਬੋਲ ਰਹੇ ਹਾਂ ਜੀ ਅਸੀਂ। ਪਟਿਆਲੇ ਤੋਂ? ਹਾਂਜੀ ਹਾਂਜੀ ਦੱਸੋ, ਤੁਸੀਂ ਤਾਂ ਨੇੜਿਓਂ ਹੀ ਬੋਲ ਰਹੇ ਜੀ। ਹਾਂਜੀ, ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਧਰਮਾਂ ਨੂੰ ਲੈ ਕੇ ਗੱਲ ਏ, ਲੋਕਾਂ ਨੂੰ ਇਹ ਚਾਹੀਦਾ ਕਿ ਸਾਡੀ ਜਿਹੜੀ ਡੈਸਟੀਨੇਸ਼ਨ ਹੈ ਉਹ ਇੱਕੇ ਤੇ ਜਿਹੜੇ ਰਾਹ ਨੇ ਉਹ ਅਲੱਗ-ਅਲੱਗ ਨੇ ਜੀ। ਸਰ ਇਸ ਗੱਲ ਤੋਂ ਬਾਅਦ ਹੀ ਆਪਾਂ ਜਿਹੜੀ ਪੂਰਾ ਇੱਕ ਆਪਣਾ ਸੈਕੂਲਰਿਜ਼ਮ ਉਹ ਕ੍ਰੀਏਟ ਕਰ ਸਕਦੇ ਹਾਂ। ਹਾਂ ਤੇ ਇਹ ਗੱਲ ਲੋਕਾਂ ਨੂੰ ਸਮਝਾਉਣੀ ਪੈਣੀ ਹੈ ਜੀ। ਹਾਂ ਤੇ ਇੱਕ ਵਿਸ਼ਾ ਹੋਰ ਸੀਗਾ ਜੀ ਜਿਹੜਾ ਪੰਜਾਬ 'ਚ ਜੀ, ਜਿਵੇਂ ਡਾਕਟਰਸ ਤੇ ਟੀਚਰਸ ਨੇ ਆਪਣੇ ਅਲੱਗ ਪ੍ਰੋਫੈਸ਼ਨ ਤੋਂ ਅਲੱਗ ਉਹਨਾਂ ਨੇ ਕਈ ਨਰਸਿੰਗ ਹੋਮ ਤੇ ਵਗੈਰਾ ਤੇ ਟਿਊਸ਼ਨ ਵਗੈਰਾ ਖੋਲੇ ਹੋਏ ਨੇ ਜੀ। ਇਸ ਨੂੰ ਵੀ ਤੁਸੀਂ ਇੱਕ ਦਿਨ ਜ਼ਰੂਰ ਵਿਚਾਰ ਕਰਿਓ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਸਾਡੇ ਨਾਲ ਤੁਸੀਂ ਸ਼ੋਅ ਦੇ ਵਿੱਚ ਜੁੜੇ, ਸਾਨੂੰ ਆਪਣੇ ਤੁਸੀਂ ਵਿਚਾਰ ਦੱਸੇ, ਅਸੀਂ ਇਹਨਾਂ ਗੱਲਾਂ ਤੇ ਜ਼ਰੂਰ ਵਿਚਾਰ ਕਰਾਂਗੇ। ਇੱਕ ਹੋਰ ਕਾਲਰ ਆ, ਉਹ ਸੁਣਦੇ ਹਾਂ ਕੀ ਕਹਿੰਦੇ ਨੇ। ਹੈਲੋ ਮੇਰੇ ਖਿਆਲ ਕਾਲ ਸ਼ਾਇਦ ਕਨੈਕਟ ਫਿਰ ਨਹੀਂ ਹੋਈ। ਮੈਂ ਜਿਵੇਂ ਦੱਸਿਆ ਕਿ ਸਾਡੇ ਅੱਜ ਕਮਿਊਨੀਕੇਸ਼ਨ ਲਾਈਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਖਾਸ ਕਰਕੇ ਜਿਹੜੀ ਕਮਿਊਨੀਕੇਸ਼ਨ ਲਾਈਨ ਸਾਡੀ ਨਾਰਥ ਅਮਰੀਕਾ ਨਾਲ ਜਿਹੜੀ ਬਣੀ ਆ। ਅਸੀਂ ਅੱਗੇ ਵਧਦੇ ਹਾਂ। ਮੈਨੂੰ ਯਾਦ ਹੈ ਕਿ ਕੱਲ੍ਹ ਦੇ ਸ਼ੋਅ 'ਚ ਸਾਡੇ ਇੱਕ ਸੱਜਣ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕੀਤੀ ਸੀ। ਇਸ ਮੁੱਦੇ ਉੱਤੇ ਐਮਹਰਸਟ ਨਿਊਯਾਰਕ ਤੋਂ ਕੁਨਾਲ ਵੋਰਾ ਨੇ ਸਿਫਾਰਿਸ਼ ਕੀਤੀ ਹੈ ਕਿ ਅਮਰੀਕਾ ਵਾਂਗੂ ਭਾਰਤ ਵਿੱਚ ਵੀ ਰਾਈਟ ਟੂ ਰੀਕਾਲ ਦੀ ਪ੍ਰੋਵੀਜ਼ਨ ਸੰਵਿਧਾਨ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਹੈ ਕਿ ਕੁਝ ਸਾਲ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਮਸ਼ਹੂਰ ਬਾਡੀ ਬਿਲਡਰ ਆਰਨੋਲਡ ਸ਼ਵਾਰਜ਼ਨੇਗਰ ਨੂੰ ਲੋਕਾਂ ਨੇ ਰੀਕਾਲ ਕਰ ਲਿਆ ਸੀ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਸੀ, ਸਹੀ ਨਹੀਂ ਸੀ, ਉਹਨਾਂ ਅੰਡਰ ਪਰਫਾਰਮ ਕੀਤਾ ਸੀ ਲੋਕਾਂ ਦੇ ਮੁਤਾਬਿਕ। ਕੁਨਾਲ ਵਰਮਾ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਸਾਡੇ ਇੱਥੇ ਰਾਈਟ ਟੂ ਰੀਕਾਲ ਬਾਰੇ ਚਰਚਾ ਹੋ ਰਹੀ ਹੈ, ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ। ਇਨਫੈਕਟ ਕੁਝ ਥਾਵਾਂ 'ਤੇ ਇਹ ਰਾਈਟ ਟੂ ਰੀਕਾਲ
ਕੁਝ ਹੱਦ ਤੱਕ ਲਾਗੂ ਵੀ ਹੋ ਗਈ ਹੈ। ਰਾਜਸਥਾਨ ਮਿਊਨਿਸਪਲ ਐਕਟ 2009 ਮੁਤਾਬਿਕ ਚੁਣੇ ਹੋਏ ਨੁਮਾਇੰਦਿਆਂ ਨੂੰ ਰੀਕਾਲ ਕੀਤਾ ਜਾ ਸਕਦਾ ਹੈ ਜੇ ਉਹਨਾਂ ਦਾ ਕੰਮਕਾਜ ਅੱਧੇ ਤੋਂ ਜ਼ਿਆਦਾ ਵੋਟਰ, ਜਿਹੜੇ ਟੋਟਲ ਵੋਟਰ ਨੇ ਅੱਧੇ ਤੋਂ ਜ਼ਿਆਦਾ ਵੋਟਰ ਉਹ ਜੇ ਕੰਮਕਾਜ ਠੀਕ ਨਹੀਂ ਸਮਝਦੇ। 2012 'ਚ ਇੱਕ ਮਿਊਨਿਸਪੈਲਿਟੀ ਆ, ਸ਼ਾਇਦ ਉਹਦਾ ਨਾਮ ਆ ਮੈਂਗਰੋਲ ਮਿਊਨਿਸਪੈਲਿਟੀ ਦੇ ਜਿਹੜੇ ਉੱਥੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਨੂੰ ਰੀਕਾਲ ਕਰਨ ਤੋਂ ਬਾਅਦ ਉੱਥੇ ਦੁਬਾਰਾ ਚੋਣਾਂ ਹੋਈਆਂ ਸੀ। ਪਰ ਕੁਝ ਲੋਕੀ ਫੀਲ ਕਰਦੇ ਨੇ ਕਿ ਸਾਡੇ ਇੱਥੇ ਇਹ ਪ੍ਰੋਵੀਜ਼ਨ ਲਿਆਉਣ ਨਾਲ ਕੁਝ ਦਿੱਕਤਾਂ ਵੀ ਆ ਸਕਦੀਆਂ ਨੇ। ਪਹਿਲਾ ਇਸ਼ੂ ਤਾਂ ਇਹ ਹੋਊਗਾ ਕਿ ਇਹ ਰੀਕਾਲ ਕਿੰਨੇ ਸਾਲਾਂ ਬਾਅਦ ਲਾਗੂ ਹੋਣਾ ਚਾਹੀਦਾ ਹੈ। ਜੇ ਇੱਕ MLA ਜਾਂ MP ਦੀ ਟਰਮ 5 ਸਾਲ ਦੀ ਹੈ ਤਾਂ ਰੀਕਾਲ ਦੀ ਪ੍ਰੋਵੀਜ਼ਨ 1, 2 ਜਾਂ ਕਿੰਨੇ ਸਾਲਾਂ ਬਾਅਦ ਇਹ ਲਾਗੂ ਹੋਣੀ ਚਾਹੀਦੀ ਹੈ। ਇੱਕ ਡਰ ਇਹ ਵੀ ਹੈ ਕਿ ਸਾਡੇ ਇੱਥੇ ਪੈਸੇ ਦੀ ਬੜੀ ਵੱਡੀ ਤਾਦਾਦ 'ਚ ਚੋਣਾਂ 'ਚ ਤੁਹਾਨੂੰ ਪਤਾ ਹੀ ਹੈ ਦੁਰਉਪਯੋਗ ਹੁੰਦਾ ਹੈ। ਪੈਸੇ ਵਾਲੇ ਲੋਕ ਚੁਣੇ ਹੋਏ ਨੁਮਾਇੰਦਿਆਂ ਨੂੰ ਵੋਟਰਾਂ 'ਚ ਪੈਸਾ ਵੰਡ ਕੇ ਵੀ ਅਸਥਿਰਤਾ ਪੈਦਾ ਕਰ ਸਕਦੇ ਨੇ, ਯਾਨੀ ਸਰਕਾਰ ਨੂੰ ਡੀਸਟੈਬਲਾਈਜ਼ ਕਰ ਸਕਦੇ ਨੇ। ਇੱਕ ਵਿਚਾਰ ਇਹ ਵੀ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਉਸ ਵੇਲੇ ਵੋਟਰਾਂ ਕੋਲ 3 ਆਪਸ਼ਨਸ ਹੋਣੀਆਂ ਚਾਹੀਦੀਆਂ ਨੇ। ਇਸ ਵੇਲੇ ਸ਼ਾਇਦ ਕਰੀਬ ਇੱਕੋ ਹੀ ਆਪਸ਼ਨ ਹੈ ਵੀ ਜਾਂ ਤੁਸੀਂ ਵੋਟ ਪਾਉਣ ਜਾਓ ਅਤੇ ਇਸ ਬੰਦੇ ਨੂੰ ਵੋਟ ਪਾਉਣੀ ਹੈ, ਜਾਂ ਤੁਸੀਂ ਵੋਟ ਪਾਉਣ ਜਾਓ ਹੀ ਨਾ। ਉਹਨਾਂ ਦੇ ਮੁਤਾਬਿਕ 3 ਆਪਸ਼ਨਸ ਹੋਣੀਆਂ ਚਾਹੀਦੀਆਂ। ਇੱਕ ਆਪਸ਼ਨ ਹੋਣੀ ਚਾਹੀਦੀ ਆ ਵੋਟ ਪਾਉਣ ਦੀ, ਜਿਵੇਂ ਕਿ ਹੁਣ ਹੈ। ਦੂਜੀ ਆਪਸ਼ਨ ਹੋਣੀ ਚਾਹੀਦੀ ਆ ਐਬਸਟੇਨ ਕਰਨ ਦੀ, ਯਾਨੀ ਕਿਸੇ ਨੂੰ ਵੀ ਵੋਟ ਨਾ ਪਾਉਣ ਦੀ। ਅਤੇ ਤੀਜੀ ਆਪਸ਼ਨ ਹੋਣੀ ਚਾਹੀਦੀ ਹੈ ਸਾਰੇ ਉਮੀਦਵਾਰਾਂ ਨੂੰ ਰਿਜੈਕਟ ਕਰਨ ਦੀ। ਜਿਹੜਾ ਨਤੀਜਾ ਵਾ ਉਹ ਪੋਜ਼ੀਟਿਵ ਅਤੇ ਨੈਗੇਟਿਵ ਵੋਟ ਨੂੰ ਮਿਲਾ ਕੇ ਕੱਢਿਆ ਜਾਣਾ ਚਾਹੀਦਾ। ਖੈਰ ਇਹ ਸਾਰੇ ਹਾਲੀ ਵਿਚਾਰ ਨੇ। ਤੁਸੀਂ ਵੀ ਸਾਨੂੰ ਆਪਣੇ ਵਿਚਾਰ ਜ਼ਰੂਰ ਭੇਜੋ। ਮੀਨਵਾਈਲ ਸੁਣਦੇ ਹਾਂ ਜੇ ਕੋਈ ਸਾਡੀ ਕਾਲ ਕਲੈਕਟ ਹੋ ਜਾਵੇ ਅਤੇ ਕਾਲਰ ਕੀ ਕਹਿੰਦੇ ਨੇ। ਹੈਲੋ ਹਾਂਜੀ, ਕਿੱਥੋਂ ਬੋਲ ਰਹੇ ਤੁਸੀਂ? ਮੈਂ ਸੈਕਰੇਮੈਂਟੋ ਤੋਂ ਬੋਲਦਾ। ਸਿੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ SS ਸਿੰਘ ਬੋਲ ਰਿਹਾ। ਹਾਂਜੀ ਸਿੰਘ ਸਾਹਿਬ ਦੱਸੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੇਰੇ ਮਨ 'ਚ ਕੋਈ ਸ਼ੰਕਾ ਸੀ। ਹਾਂਜੀ, ਜਿੱਥੇ ਸਤ ਸੰਗਤ ਜੁੜਦੀ ਹੋਵੇ ਹਾਂਜੀ ਅਤੇ ਇੱਕੋ ਨਾਮ ਦੀ ਵਿਆਖਿਆ ਹੁੰਦੀ ਹੋਵੇ ਜੀ, ਉਸ ਸਥਾਨ ਤੇ ਸਿੱਖਾਂ ਨੇ ਅੱਜ ਤੱਕ ਕਦੇ ਮੋਰਚਾਬੰਦੀ ਨਹੀਂ ਸੀ ਕੀਤੀ। ਹਾਂ ਗੁਰੂ ਹਰਗੋਬਿੰਦ ਸਾਹਿਬ ਪਾਸ ਸਰਕਾਰੀ ਫੌਜਾਂ ਨੂੰ ਭਾਜੜ ਪਾ ਸਕਣ ਦੀ ਸ਼ਕਤੀ ਵੀ ਸੀ, ਪਰ ਫਿਰ ਵੀ ਆਪ ਹੀ ਜੰਗ ਉਹਨਾਂ ਹਰਮੰਦਰ ਸਾਹਿਬ ਤੋਂ ਨਹੀਂ ਸੀ ਲੜੀ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੇਸਗੜ੍ਹ ਸਾਹਿਬ ਤੇ ਤੋਂ ਜੰਗ ਨਹੀਂ ਸੀ ਲੜੀ। ਗੋਬਿੰਦਗੜ੍ਹ ਤੇ ਲੋਹਗੜ੍ਹ ਵੱਖਰੇ 2 ਕਿਲੇ ਉਸਾਰੇ ਸੀ ਜੀ। ਸਾਡੇ ਆਗੂਆਂ ਨੂੰ ਕੀ ਇੰਨੀ ਮਜਬੂਰੀ ਸੀ, ਉਹਨਾਂ ਨੇ ਹਰਮੰਦਰ ਸਾਹਿਬ ਨੂੰ ਮੋਰਚਾਬੰਦੀ ਕਰਕੇ ਉੱਥੋਂ ਲੜਾਈ ਕੀਤੀ। ਜੇਕਰ ਇਸ ਤੋਂ ਬਚਿਆ ਜਾਂਦਾ, ਨਾ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ, ਨਾ ਇੰਦਰਾ ਗਾਂਧੀ ਮਰਦੀ ਤੇ ਨਾ ਦਿੱਲੀ ਦੇ ਦੰਗੇ ਹੁੰਦੇ, ਪੰਜਾਬੀਆਂ ਦੀ ਇੰਨੀ ਖੁਆਰੀ ਹੁੰਦੀ। ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ? ਬਿਲਕੁਲ ਜੀ, ਤੁਸੀਂ ਠੀਕ ਕਿਹਾ। ਦੇਖੋ ਸਿੱਖਾਂ ਦੇ ਵਿੱਚ ਬਹੁਤ ਰੋਸ ਆ ਕਿ ਆਪਰੇਸ਼ਨ ਬਲੂ ਸਟਾਰ ਹੋਇਆ, ਬਹੁਤ ਰੋਸ ਆ ਕਿ ਉਸ ਤੋਂ ਬਾਅਦ ਇੱਥੇ ਹਿੰਸਾ ਹੋਈ ਜਿਹਦੇ 'ਚ 25, 30, 40 ਹਜ਼ਾਰ ਲੋਕੀ ਮਰ ਗਏ। ਹਾਲੀ ਕੋਈ ਐਗਜ਼ੈਕਟ ਫਿਗਰ ਨਹੀਂ ਹੈਗੀ। ਇਸੇ ਤਰ੍ਹਾਂ ਹੀ 1984 'ਚ ਜਦੋਂ ਉਦੋਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਤੋਂ ਬਾਅਦ ਸਿੱਖਾਂ ਦੇ ਖਿਲਾਫ ਦਿੱਲੀ 'ਚ ਬਹੁਤ ਹਿੰਸਾ ਹੋਈ। ਦਿੱਲੀ ਦੇ ਵਿੱਚ ਹੀ ਕਰੀਬ 27-2800 ਸਿੱਖ ਜਿਹੜਾ ਵਾ 2 ਦਿਨਾਂ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਬਹੁਤ ਮੰਦਭਾਗੀ ਗੱਲ ਸੀ। ਪਰ ਇਹ ਬਿਲਕੁਲ ਤੁਹਾਡਾ ਜਿਹੜਾ ਵਿਚਾਰ ਆ ਇਹਦੇ ਨਾਲ ਬਹੁਤ ਲੋਕੀ ਸਹਿਮਤ ਨੇ ਕਿ ਇਹ ਸਭ ਕੁਝ ਸ਼ੁਰੂ ਭਲਾ ਕਿੱਥੋਂ ਹੋਇਆ। ਜੇ ਕੁਝ ਲੋਕੀ ਤਾਂ ਕਹਿੰਦੇ ਆ ਵੀ ਇਹ ਸ਼ੁਰੂ ਜਿਹੜਾ 1978 ਜਦੋਂ ਨਿਰੰਕਾਰੀਆਂ ਅਤੇ ਸਿੱਖਾਂ ਦਾ ਕਲੈਸ਼ ਹੋਇਆ ਉੱਥੋਂ ਸ਼ੁਰੂ ਹੋਇਆ। ਖੈਰ ਸ਼ੁਰੂ ਭਾਵੇਂ ਉੱਥੋਂ ਹੋਇਆ ਹੋਵੇ, ਲੇਕਿਨ ਜੇ ਉਸ ਤੋਂ ਬਾਅਦ ਦੇ ਜਿਹੜੇ ਵਾਕਿਆ ਵਾ ਉਹਨਾਂ 'ਚ ਕੋਈ ਬਚਾਅ ਕੀਤਾ ਜਾ ਸਕਦਾ ਜੇ ਹਰਿਮੰਦਰ ਸਾਹਿਬ ਜੇ ਮੋਰਚੇ ਨਾ ਇਸ ਤਰ੍ਹਾਂ ਦੇ ਲੱਗਦੇ, ਕਿਉਂਕਿ ਜਿਹੜੇ ਮੋਰਚੇ ਵੀ ਲਾਏ ਗਏ ਉਹ ਅੰਮ੍ਰਿਤਸਰੋਂ ਕਈ ਮੋਰਚੇ ਸ਼ੁਰੂ ਹੋ ਰਹੇ ਸੀ ਔਰ ਉੱਥੋਂ ਮੋਰਚੇ ਉੱਥੋਂ ਅੰਮ੍ਰਿਤਸਰ 'ਚੋਂ ਹੀ ਸ਼ੁਰੂ ਹੋਏ। ਜਿਹੜੇ ਮਰਜੀਵੜੇ ਬਣਾਉਣ ਦਾ ਜਿਹੜਾ ਹੁਕਮ ਸੀ, ਜਿਹੜਾ ਫੈਸਲਾ ਸੀ ਅਕਾਲੀ ਦਲ ਦਾ, ਉਹ ਵੀ ਉੱਥੋਂ ਹੀ ਜਿਹੜਾ ਜਾਰੀ ਕੀਤਾ ਗਿਆ ਸੀ। ਸੋ ਇਹ ਬਿਲਕੁਲ ਠੀਕ ਹੈ। ਜੇ ਮੋਰਚਾਬੰਦੀ ਨਾ ਹੁੰਦੀ, ਜੇ ਇਹ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਹੋਰ ਸੱਜਣ ਦਰਬਾਰ ਸਾਹਿਬ ਨਾ ਜਾਂਦੇ, ਉੱਥੇ ਅੰਦਰ ਹਥਿਆਰ ਨਾ ਲੈ ਕੇ ਜਾਂਦੇ, ਤੇ ਜ਼ਾਹਿਰ ਹੈ ਕਿ ਜਿਹੜਾ ਆਰਮੀ ਐਕਸ਼ਨ ਸੀਗਾ ਉਹਦੀ ਕਰਨ ਦੀ ਲੋੜ ਨਹੀਂ ਸੀ ਪੈਣੀ। ਪਰ ਇੱਕ ਫੀਲਿੰਗ ਇਹ ਵੀ ਆ ਕਿ ਜੇ ਹੋ ਵੀ ਗਿਆ ਸੀ ਅਤੇ ਜੇ ਆਰਮੀ ਐਕਸ਼ਨ ਕਰਨਾ ਵੀ ਸੀ ਅਤੇ ਆਰਮੀ ਐਕਸ਼ਨ ਇੱਕ ਡਿਫਰੈਂਟ ਤਰੀਕੇ ਨਾਲ ਹੋਰ ਢੰਗ ਨਾਲ ਕੀਤਾ ਜਾ ਸਕਦਾ ਸੀ, ਜਿਹਦੇ ਨਾਲ ਉੱਥੇ ਨੁਕਸਾਨ ਨਾ ਹੁੰਦਾ। ਔਰ ਕੋਸ਼ਿਸ਼ ਕਰਦੇ ਜੇ ਹੋਰ ਇਹੋ ਜਿਹੇ ਐਫਰਟ ਹੋਣੇ ਚਾਹੀਦੇ ਸੀ, ਪੋਲੀਟੀਕਲ ਐਫਰਟ ਹੋਣੇ ਚਾਹੀਦੇ ਸੀ ਵੀ ਇਹ
ਗੋਲੀਬਾਰੀ ਨਾ ਚੱਲਦੀ ਔਰ ਕੋਈ ਹੋਰ ਕੋਈ ਫੈਸਲਾ ਆਪਾਂ ਕੱਢ ਸਕਦੇ। ਸਾਡੇ ਨਾਲ ਕੁਝ ਕਾਲਰ ਜੁੜੇ ਆ, ਉਹ ਸੁਣਦੇ ਆ ਕੀ ਕਹਿੰਦੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਜਸਵਿੰਦਰ ਸਿੰਘ ਦੁਬਈ ਬੋਲ ਰਿਹਾ ਜੀ। ਜਸਵਿੰਦਰ ਸਿੰਘ ਦੁਬਈ ਤੋਂ ਬੋਲ ਰਹੇ? ਹਾਂਜੀ 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 ਸਰ, ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ। ਤੁਸੀਂ ਬਹੁਤ ਵਧੀਆ ਜਿਹੜੇ ਇਸ ਟੌਪਿਕ ਲੈ ਕੇ ਸਿੱਖ ਕੌਮ ਦੇ ਦਰਦ ਨੂੰ ਅੱਗੇ ਲੈ ਕੇ ਆਉਂਦੇ ਹੋ। ਬਹੁਤ ਮਿਹਰਬਾਨੀ ਜਸਵਿੰਦਰ ਜੀ। ਇਸ ਤਰ੍ਹਾਂ ਜੀ, ਜਿਹੜਾ ਨੰਬਰ 1 ਤਾਂ ਜਿਹੜੀ ਇੱਕ ਪਹਿਚਾਣ, ਮੈਂ ਹੁਣੇ ਜਿਹੜੀ ਖਬਰ ਦੇਖ ਰਿਹਾ ਸੀ ਕਿ ਜਿਹੜਾ ਉੱਥੇ ਨਾਰਥ ਇੰਡੀਆ ਉੱਥੇ ਹੋਇਆ, ਜੋ ਅਟੈਕ ਕੀਤਾ ਗਿਆ ਇੱਕ ਸਿੱਖ ਦੇ ਉੱਤੇ, ਪਿਆਰਾ ਸਿੰਘ ਜੀ ਦੇ ਉੱਤੇ, ਤੇ ਉਹਦੇ ਵਿੱਚ ਜੋ ਆਇਡੈਂਟੀਟੀ ਦੀ ਗੱਲ ਕੀਤੀ ਗਈ। ਅਸੀਂ ਦੇਖੋ ਦੁਬਈ ਦੇ ਵਿੱਚ ਜੇ ਅਸੀਂ ਚੰਗੇ ਕੰਮ ਕਰਾਂਗੇ, ਜਿੱਥੇ ਅਸੀਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੇ ਹਾਂ, ਉੱਥੇ ਨਾਲ ਨਾਲ ਸਾਡੀ ਆਇਡੈਂਟੀਟੀ ਇਹਨਾਂ ਨੂੰ ਸ਼ੋਅ ਕਰਨ ਦੀ ਵੀ ਲੋੜ ਆ, ਦੱਸਣ ਦੀ ਲੋੜ ਆ ਕਿ ਸਿੱਖ ਕੀ ਚੀਜ਼ ਹੈ ਜੀ। ਇਸੇ ਸਰਦਾਰ SP ਸਿੰਘ ਉਬਰਾਏ ਜੀ ਨੇ ਬਹੁਤ ਵੱਡੇ ਪੱਧਰ ਤੇ ਉਪਰਾਲਾ ਕੀਤਾ ਹੈ ਕਿ ਜਦੋਂ ਜੋ ਇਹਨਾਂ ਨੇ ਉਹਨਾਂ ਨੂੰ ਇੱਕ ਮੁਸਲਿਮ ਕੰਟਰੀ ਨੂੰ ਦੱਸ ਦਿੱਤਾ ਕਿ ਸਿੱਖ ਕੌਮ ਕੀ ਚੀਜ਼ ਹੈ ਜੀ। ਇਹਨਾਂ ਨੇ ਸਭ ਤੋਂ ਪਹਿਲੇ ਇੱਕ ਅਰਬ ਕੰਟਰੀ ਦੇ ਵਿੱਚ ਇੱਥੇ ਰਜਿਸਟਰਡ ਕਰਾਈ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਤੇ ਬਲੱਡ ਡੋਨੇਸ਼ਨ ਕਰਵਾ ਕੇ ਹੋਰ ਵੱਡੇ ਵੱਡੇ ਕੰਮ ਕਰਕੇ ਦਿਖਾਏ ਨੇ ਕਿ ਸਿੱਖ ਕੀ ਚੀਜ਼ ਆ। ਔਰ ਜਦੋਂ ਅਸੀਂ ਆਪਣੇ ਚੰਗੇ ਕੰਮ ਇਹਨਾਂ ਨੂੰ ਦਿਖਾਵਾਂਗੇ, ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੀ ਆਇਡੈਂਟੀਟੀ ਪੂਰੀ ਦੁਨੀਆ ਦੇ ਵਿੱਚ ਬਹੁਤ ਗਲਤ ਗਈ ਸੀ। ਜਦੋਂ ਆਪਾਂ ਚੰਗੇ ਕੰਮ ਕਰਕੇ ਦਿਖਾਵਾਂਗੇ ਤੇ ਉਹਨਾਂ ਨੂੰ ਆਪਣੀ ਪਹਿਚਾਣ ਬਣੇਗੀ, ਤਾਂ ਕਿ ਉਹਨਾਂ ਨੇ ਆਇਡੈਂਟੀਟੀ ਦੱਸੀਏ ਕੀ ਚੀਜ਼ ਆ, ਕਿ ਅਸੀਂ ਕੀ ਚੀਜ਼ ਆ। ਔਰ ਦੂਸਰੇ ਨੰਬਰ ਤੇ ਇੱਕ ਹੁਣੇ ਹੀ ਕਾਲਰ ਆਇਆ ਸੀ ਤੁਹਾਡੇ ਕੋਲ ਕਿ ਦਰਬਾਰ ਸਾਹਿਬ ਦੇ ਉੱਤੇ ਜੇ ਭਿੰਡਰਾਂ ਵਾਲਾ ਉੱਥੇ ਨਾ ਕੰਮ ਕਰਦਾ ਤੇ ਉਹਦੇ ਵਿੱਚ ਇਹ ਕੰਮ ਨਾ ਕਰਦਾ, ਨਾ ਮਤਲਬ ਉਹਦੇ ਵਿੱਚ ਜਾ ਕੇ ਵੜਦੇ, ਤੇ ਇਹ ਪੰਜਾਬੀ ਇੰਨੇ ਨਾ ਮਰਦੇ ਤੇ ਨਾ ਇੰਨਾ ਮਰਦੀ, ਨਾ ਇਹ ਕੰਮ ਹੁੰਦੇ ਹਨਾ ਜੀ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਇੱਕ ਗੱਲ ਤੁਹਾਡੇ ਜ਼ਰੀਏ ਵੀ ਕਿ ਕੀ ਇੱਕ ਭਿੰਡਰਾਂ ਵਾਲਾ ਤਾਂ ਦਰਬਾਰ ਸਾਹਿਬ ਦੇ ਅੰਦਰ ਸੀ, 37 ਗੁਰਦੁਆਰਿਆਂ ਦੇ ਵਿੱਚ ਬਾਕੀ ਵੀ ਗੁਰਦੁਆਰਿਆਂ 'ਚ ਭਿੰਡਰਾਂ ਵਾਲਾ ਸੀ। ਦੂਸਰੀ ਗੱਲ, ਜਿਹੜੀ ਜਦੋਂ ਵੀ ਸਿੱਖ ਕੌਮ ਦੇ ਜਦੋਂ ਯੋਧਿਆਂ ਨੇ ਕੰਮ ਕੀਤੇ ਨੇ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਹੋਏ ਨੇ, ਜਾਂ ਬਾਕੀ ਟਾਈਮਾਂ ਦੇ ਉੱਤੇ ਬਾਕੀ ਯੋਧਿਆਂ ਨੇ ਕੰਮ ਕੀਤੇ ਨੇ, ਕਿ ਉਸ ਟਾਈਮ ਤੇ ਪੰਜਾਬੀ ਨਹੀਂ ਸੀ ਮਰਦੇ? ਜਾਂ ਉਸ ਟਾਈਮ ਤੇ ਜਦੋਂ ਇੱਕ ਆਪਾਂ ਹੱਕ ਲੈਣਾ, ਜਾਂ ਤੁਸੀਂ ਆਪ ਹੀ ਦੇਖ ਲਓ 1947 ਤੋਂ ਬਾਅਦ ਸਾਨੂੰ ਕੀ ਮਿਲਿਆ, ਪੰਜਾਬੀ ਸੂਬਾ ਵੀ ਮਿਲਿਆ ਤਾਂ ਉਹ ਵੀ ਜਾ ਕੇ 57 58 ਜਾ ਕੇ 67 ਤੱਕ ਜਾ ਕੇ ਮਿਲਿਆ। ਉਹਨਾਂ ਦੀ ਲੜਾਈ ਕੀ ਸੀ? ਪਹਿਲਾਂ ਸਾਨੂੰ ਇਹ ਚੀਜ਼ਾਂ ਦੇਖਣ ਦੀ ਲੋੜ ਆ ਕਿ ਪੰਜਾਬੀ ਕਹਾਉਣ ਵਾਲੇ ਪਹਿਲਾਂ ਆਪਣੇ ਆਪ ਨੂੰ ਪੰਜਾਬੀ ਸੂਬਾ ਲੈਣ ਵਾਸਤੇ ਕਿੰਨੇ ਹੱਕ 'ਚ ਰੱਖਦੇ ਸੀ, ਕਿ ਇਹ ਉਹਨਾਂ ਨੂੰ ਕਿੱਦਾਂ ਸੂਬਾ ਮਿਲਿਆ। ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਹਰ ਇੱਕ ਨੂੰ ਸਟੇਟ ਆਪਣੀ ਭਾਸ਼ਾ ਦੇ ਭਾਅ ਤੇ ਮਿਲ ਗਈ, ਤੇ ਪੰਜਾਬੀ ਸੂਬਾ ਜਾ ਕੇ ਜੀ ਮਾਫ ਕਰਨਾ ਜਸਵਿੰਦਰ ਜੀ, ਕਿਉਂਕਿ ਆਪਣੇ ਕੋਲ ਸਮਾਂ ਬੜਾ ਥੋੜਾ ਵਾ, ਆਪਾਂ ਹੋਰ ਵੀ ਕਾਲਰ ਲੈਣੇ ਆ। ਤੁਸੀਂ ਬੜੇ ਚੰਗੇ ਵਿਚਾਰ ਰੱਖੇ ਆ। ਜਿਹੜੇ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਦੁਬਈ ਦੇ ਵਿੱਚ SP ਸਿੰਘ ਓਬਰਾਏ ਨੇ, ਜਿਵੇਂ ਉਹਨਾਂ ਨੇ ਆਪਣੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਰਜਿਸਟਰ ਕਰਾਇਆ, ਲੋਕਾਂ ਦੀ ਉੱਥੇ ਮਦਦ ਕੀਤੀ, ਉਹਦੇ ਨਾਲ ਇੱਕ ਸਿੱਖਾਂ ਬਾਰੇ ਇੱਕ ਬਹੁਤ ਚੰਗਾ ਮੈਸੇਜ ਬਾਕੀ ਧਰਮਾਂ ਦੇ ਲੋਕਾਂ 'ਚ ਗਿਆ। ਸ਼ਾਇਦ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਾਨੂੰ ਬਾਕੀ ਥਾਵਾਂ 'ਤੇ ਲੋੜ ਆ। ਦੁਬਈ ਦੇ ਵਿੱਚ, ਦੁਬਈ ਦੇ ਬਾਹਰਲੇ ਪਾਸੇ ਇੱਕ ਬੜਾ ਸੋਹਣਾ ਗੁਰਦੁਆਰਾ ਬਣਿਆ, ਮੈਂ ਉਸ ਗੁਰਦੁਆਰੇ 'ਚ ਗਿਆ ਵੀ ਹਾਂ। ਬਿਲਕੁਲ ਠੀਕ ਆ, ਇਸ ਤਰ੍ਹਾਂ ਦੇ ਅਸੀਂ ਜੇ ਕੰਮ ਕਰਾਂਗੇ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਇਹ ਜਿਹੜੀ ਕੌਮ ਆ ਇਹ ਅਸਲ ਦੇ ਵਿੱਚ ਕੀ ਚੀਜ਼ ਆ, ਔਰ ਇੱਕ ਜਿਹੜੀ ਕੌਮ ਆ ਇਹ ਕਿਸ ਤਰ੍ਹਾਂ ਦੇ ਕੰਮ ਕਰਦੀ ਆ, ਔਰ ਇਹਨਾਂ ਦੀ ਕਿਸ ਤਰ੍ਹਾਂ ਦੀ ਇਹਨਾਂ ਦੀ ਫਿਲਾਸਫੀ ਆ। ਬਾਕੀ ਤੁਸੀਂ ਗੱਲ ਕੀਤੀ 1984 ਦੀ, ਹਾਂ ਠੀਕ ਆ ਕਿ ਹਰਿਮੰਦਰ ਸਾਹਿਬ ਦੇ ਨਾਲ ਨਾਲ ਬਾਕੀ ਗੁਰਦੁਆਰਿਆਂ ਦੇ ਵਿੱਚ ਵੀ ਉਦੋਂ ਉਸ ਵੇਲੇ ਫੌਜ ਗਈ ਸੀ। ਕੁਝ ਗੁਰਦੁਆਰਿਆਂ ਦੇ ਵਿੱਚ ਤੇ ਉਸ ਵੇਲੇ ਉਦੋਂ ਇਨਫੋਰਮੇਸ਼ਨ ਸੀ ਕਿ ਉੱਥੇ ਵੀ ਕੁਝ ਹਥਿਆਰਬੰਦ ਲੋਕੀ ਅੰਦਰ ਦਾਖਲ ਹੋਏ ਨੇ। ਕੁਝ ਥਾਵਾਂ 'ਤੇ ਕੁਝ ਥਾਵਾਂ 'ਚੋਂ, ਕੁਝ ਗੁਰਦੁਆਰਿਆਂ 'ਚੋਂ ਹਥਿਆਰ ਫੜੇ ਵੀ ਗਏ ਜਦੋਂ ਆਰਮੀ ਉੱਥੇ ਗਈ। ਕਈ ਥਾਵਾਂ ਦੇ ਵਿੱਚ ਹਥਿਆਰ ਸ਼ਾਇਦ ਕੋਈ ਇੱਕਾ ਦੁੱਕਾ ਹੀ ਸੀਗੇ, ਪਰ ਉੱਥੇ ਜਿਹੜੀ ਫੌਜ ਨੇ ਜਿਹੜੀ ਵਰਤੋਂ ਕੀਤੀ, ਆਪਣੇ ਅਸਲੇ ਦੀ ਵਰਤੋਂ ਕੀਤੀ, ਉਹ ਕਿਤੇ ਲੋੜ ਤੋਂ ਜ਼ਿਆਦਾ ਸੀ। ਪਰ ਇਹ ਠੀਕ ਆ ਕਿ ਕਈ ਥਾਵਾਂ 'ਤੇ ਇਸ ਵੇਲੇ ਉੱਥੇ ਅੱਤਵਾਦੀ ਸੀ, ਔਰ ਇਸ ਕਰਕੇ ਫੌਜ ਸ਼ਾਇਦ ਭੇਜਣ ਦੀ ਇਸ ਕਰਕੇ ਲੋੜ ਪਈ। ਔਰ ਜੇ ਸਾਰੇ ਲੋਕੀ ਨਾ ਜਾਂਦੇ, ਲੋਕੀ ਅੰਦਰ ਹਥਿਆਰ ਲੈ ਕੇ ਗੁਰਦੁਆਰਿਆਂ 'ਚ ਨਾ ਜਾਂਦੇ, ਤਾਂ ਸ਼ਾਇਦ ਇਹੋ ਜਿਹੀ ਲੋੜ ਨਹੀਂ ਸੀ ਪੈਣੀ। ਪਰ ਬਿਲਕੁਲ ਠੀਕ ਆ, ਇਹ ਸਾਰੇ ਮਸਲੇ ਨੂੰ ਹੋਰ ਤਰੀਕਿਆਂ ਨਾਲ ਵੀ ਸੁਲਝਾਇਆ ਜਾ ਸਕਦਾ ਸੀ। ਲੋਕਾਂ ਨੂੰ ਸਮਝਾਇਆ ਜਾ ਸਕਦਾ ਸੀ ਵੀ ਜਿਹੜੇ ਤੁਸੀਂ ਅੰਦਰ ਹਥਿਆਰ ਲੈ ਕੇ ਗਏ, ਜਿਹਨਾਂ ਦਾ ਕੋਈ ਫਾਇਦਾ ਨਹੀਂਗਾ, ਔਰ ਤੁਸੀਂ ਇੱਕ ਫੌਜ ਦੇ ਨਾਲ ਕਦੀ ਵੀ ਲੜਾਈ ਨਹੀਂ ਕਰ ਸਕਦੇ। ਜੇ ਫੌਜ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਨੁਕਸਾਨ ਹੋਊਗਾ, ਜਿਹੜਾ ਬਾਅਦ ਦੇ ਵਿੱਚ ਹੋਇਆ ਵੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜਿਆ, ਸੁਣਦੇ ਹਾਂ ਕੀ ਕਹਿੰਦੇ ਨੇ। ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੋਤ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਦੱਸਿਆ ਤੁਸੀਂ? ਪਰਮਜੋਤ ਜੀ। ਹਾਂਜੀ, ਕਿੱਥੋਂ ਬੋਲ ਰਹੇ ਜੀ ਤੁਸੀਂ? ਹਾਂਜੀ, ਮੈਂ ਕੈਨੇਡਾ ਟੋਰਾਂਟੋ ਦੇ ਕੋਲ ਕੋਈ 50 ਕਿਲੋਮੀਟਰ ਦੂਰ ਟਾਊਨ ਹੈ ਜੀ, ਗੁਆਲਫ, ਉੱਥੋਂ ਬੋਲ ਰਿਹਾ ਜੀ। ਅੱਛਾ, ਟੋਰਾਂਟੋ ਦੇ ਕੋਲੋਂ ਬੋਲ ਰਹੇ। ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮਤਲਬ ਮੈਂ ਇਹ ਕਹਿਣਾ ਸੀ ਜਿਹੜੀ ਇਹ ਹੋਮਮੇਡ ਲਿਕਵਿਡ ਪੀ ਕੇ ਲੋਕੀ ਮਰੇ ਨੇ, ਤੇ ਇਸ ਤੋਂ ਪਹਿਲਾਂ ਗੁਰਦਾਸਪੁਰ 'ਚ ਵੀ ਬੜੀ ਟ੍ਰੈਜਡੀ ਹੋਈ ਸੀ ਜੀ।
ਹਾਂਜੀ ਤੇ ਹਾਂਜੀ ਇਹ ਮਤਲਬ ਕਿ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਜਿਹੜੀ ਹੋਮਮੇਡ ਲਿਕਰ ਉੱਥੇ ਲੀਗਲ ਕਰ ਦੇਣੀ ਚਾਹੀਦੀ ਆ, ਪਰ ਇਹ ਹੈਗਾ ਵੀ ਕਸੂਰ ਇਹਦੇ ਵਿੱਚ ਗਵਰਨਮੈਂਟ ਦਾ ਮੈਂ ਜ਼ਿਆਦਾ ਕਹੂੰਗਾ, ਕਿਉਂਕਿ ਲਿਕਰ ਦੇ ਪ੍ਰਾਈਸਿਸ ਇਹਨਾਂ ਨੇ ਇੰਨੇ ਚੁੱਕੇ ਹੋਏ ਨੇ ਜੀ, ਤੇ ਲੋਕੀ ਕੀ ਕਰਨ ਜੀ ਫਿਰ ਉਹਨਾਂ ਦੀ ਅਫੋਰਡੇਬਿਲਟੀ ਬਣਦੀ ਨਹੀਂ। ਹੁਣ ਪੀਣ ਦੀ ਜਿਹਦੀ ਆਦਤ ਪੈ ਗਈ ਆ ਉਹ ਤਾਂ ਹੁਣ ਨਹੀਂ ਹਟ ਸਕਦੇ ਜੀ। ਹਾਂ ਬਿਲਕੁਲ, ਮੈਂ ਵੀ ਇਹੋ ਹੀ ਸ਼ਾਇਦ ਫਰਮਾਇਆ ਸੀ ਕਿ ਇਹੋ ਹੀ ਕਿਹਾ ਸੀ ਕਿ ਕਿਉਂਕਿ ਕੀਮਤਾਂ ਬਹੁਤ ਵਧਾਤੀਆਂ ਵਾ ਸ਼ਰਾਬ ਦੀਆਂ, ਔਰ ਲੋਕਾਂ ਨੂੰ ਜੇ ਆਦਤ ਪੈ ਗਈ ਆ ਤੇ ਫਿਰ ਉਹ ਕਈ ਜਿਹੜੇ ਆ ਫਿਰ ਆਪਣੇ ਘਰ ਕੱਢਦੇ ਆ, ਔਰ ਉੱਥੇ ਕਈ ਵਾਰਾਂ ਉਹਨਾਂ ਨੂੰ ਪ੍ਰੋਪਰ ਕੱਢਣੀ ਨਹੀਂ ਆਉਂਦੀ ਸ਼ਰਾਬ, ਔਰ ਇਸ ਕਰਕੇ ਉਹਦੇ 'ਚ ਉਹ ਜ਼ਹਿਰੀਲੀ ਸ਼ਰਾਬ ਹੋ ਜਾਂਦੀ, ਉਹਦੇ ਨਾਲ ਮੌਤਾਂ ਹੋ ਜਾਂਦੀਆਂ। ਜਿਵੇਂ ਅੱਗੇ ਦਸੂਹਾ ਹੁਸ਼ਿਆਰਪੁਰ 'ਚ ਹੋਇਆ, ਗੁਰਦਾਸਪੁਰ 'ਚ ਵੀ ਇਹੋ ਜਿਹੇ ਵਾਕਿਆ 2-3 ਵਾਰੀ ਅੱਗੇ ਵੀ ਹੋਏ ਨੇ। ਪਰ ਕੀ ਤੁਸੀਂ ਵਿਚਾਰ ਰੱਖਣਾ ਚਾਹੁੰਦੇ ਵੀ ਕੀ ਕਰਨਾ ਚਾਹੀਦਾ ਇਹਦੇ ਬਾਰੇ? ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਪ੍ਰਾਈਸ ਹੈਗੇ ਨੇ ਅਫੋਰਡੇਬਲ ਲੋਕਾਂ ਨੂੰ ਜਾਂ ਤਾਂ ਹੈਗਾ ਵੀ ਜਿਵੇਂ ਤੁਸੀਂ ਪੀਲੇ ਕਾਰਡ ਨੀਲੇ ਕਾਰਡ ਬਣਾਏ ਨੇ, ਇੱਕ ਦਾਰੂ ਵਾਸਤੇ ਵੀ ਕਾਰਡ ਬਣ ਜਾਣਾ ਚਾਹੀਦਾ ਜੀ। ਫਿਰ ਜਿਹੋ ਜਿਹੀ ਬੰਦੇ ਦੀ ਅਫੋਰਡੇਬਿਲਟੀ ਹੈਗੀ ਹੈ ਤੇ ਘੱਟੋ ਘੱਟ ਉਹ ਆਪਣਾ ਜਾਨ ਤਾਂ ਬਚਾ ਸਕੇ ਜੀ ਆਪਣੀ। ਸੋ ਦਾਰੂ ਵਾਸਤੇ ਵੀ ਕਾਰਡ ਬਣ ਜਾਣੇ ਚਾਹੀਦੇ ਆ। ਚਲੋ ਮੇਰੇ ਖਿਆਲ 'ਚ ਕੋਈ ਸਰਕਾਰ ਦੇ ਅਫਸਰ ਇਸ ਗੱਲ ਨੂੰ ਸੁਣ ਰਹੇ ਆ ਤੇ ਉਹ ਵੀ ਇਹਦੇ ਧਿਆਨ ਦੇਣਗੇ। ਪਰ ਜਿਹੜੇ ਬੰਦੇ ਕੋਲ 4 ਪੈਸੇ ਹੈਗੇ ਨੇ ਉਹਨੂੰ ਕੋਈ ਪਰਵਾਹ ਨਹੀਂ ਹੈਗੀ ਭਾਵੇਂ ਤੁਸੀਂ 1000 ਦੀ ਬੋਤਲ ਕਰ ਦਿਓ ਜੀ। ਜਿਹੜਾ ਹੁਣ ਗਰੀਬ ਬੰਦਾ ਹੈ ਉਹ ਹੁਣ ਕੀ ਕਰੇਗਾ ਜੀ। ਔਰ ਸੈਕੰਡਲੀ ਮੈਂ ਕਹਿਣਾ ਚਾਹਾਂਗਾ ਜਿਹੜੇ ਐਕਸੀਡੈਂਟਸ ਹੁੰਦੇ ਨੇ ਤੇ ਇਹਦੇ ਵਿੱਚ ਹੁਣ ਜਿਹੜਾ ਬਹੁਤੇ ਆਪਣੇ ਲੋਕਾਂ ਨੂੰ, ਮੇਰਾ ਬ੍ਰਦਰ ਮੇਰੀ ਫੈਮਿਲੀ ਇੱਥੇ ਹੈਗੀ ਜੀ, ਕਿਸੇ ਨੂੰ ਇਹ ਨਹੀਂ ਪਤਾ ਵੀ ਟਰਾਂਸਪੋਰਟ ਮਿਨਿਸਟਰ ਕੌਣ ਹੈ ਜੀ। ਅਜੀਤ ਸਿੰਘ ਕੁਹਾੜ ਮਿਨਿਸਟਰ ਜੀ ਤੇ 8ਵੀਂ ਪਾਸ ਹੋ ਹੈਗੇ ਨੇ ਜੀ। ਔਰ ਮੇਰੇ ਕੋਲ ਲਿਸਟ ਹੈਗੀ 9 ਮੰਤਰੀ ਕੈਬਨਿਟ ਮੰਤਰੀ ਪੰਜਾਬ ਦੇ ਜਿਹੜੇ ਕਿ 5ਵੀਂ ਤੋਂ ਲੈ ਕੇ ਤੇ 12ਵੀਂ ਪਾਸ ਨੇ ਜੀ, ਔਰ ਉਹਦੇ ਵਿੱਚੋਂ 2 ਡਿਸਮਿਸ ਹੋ ਚੁੱਕੇ ਨੇ ਜੀ। ਤੇ ਉਹ ਕੀ ਮਤਲਬ ਕਿ ਕੀ ਨਵੇਂ ਜਿਹੜੇ ਹੈਗੇ ਨੇ ਇਨੀਸ਼ੀਏਟਿਵ ਲੈ ਕੇ ਆਉਣਗੇ, ਖਾਸ ਕਰਕੇ ਐਗਰੀਕਲਚਰ ਮਿਨਿਸਟਰ ਜੀ। ਬਿਲਕੁਲ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਪਹਿਲੀ ਗੱਲ ਤੇ ਜਿਹੜੀ ਤੁਸੀਂ ਕਿਹਾ ਵਾ ਕਿ ਲਿਕਰ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਅਫੋਰਡੇਬਲ ਪ੍ਰਾਈਸਿਸ ਹੋਣੇ ਚਾਹੀਦੀਆਂ, ਇਹਦੇ 'ਚ ਕਾਫੀ ਤੁਹਾਡੀ ਗੱਲ ਦੇ ਵਿੱਚ ਸੱਚ ਆ। ਮੈਨੂੰ ਯਾਦ ਆ ਕੁਝ ਸਾਲ ਪਹਿਲੋਂ ਇੱਥੇ ਇਨਫੈਕਟ ਲਿਕਰ ਦਾ ਇੱਕ ਹਰ ਵਾਰੀ ਕਾਟਲ ਬਣ ਜਾਂਦਾ, ਔਰ ਉਹ ਜਿਹੜਾ ਕਾਟਲ ਸੀਗਾ ਲਿਕਰ ਦਾ ਉਸ ਵੇਲੇ ਬਾਕੀ ਥਾਵਾਂ 'ਤੇ ਜੇ ਬੀਅਰ ਦੀ ਪ੍ਰਾਈਸ 40 ਜਾਂ 50 ਰੁਪਏ ਸੀ ਤੇ ਪੰਜਾਬ ਦੇ 'ਚ ਉਦੋਂ 70 ਜਾਂ 80 ਰੁਪਏ ਦੀ ਵਿਕਦੀ ਸੀ, ਔਰ ਲੋਕਾਂ ਕੋਲ ਆਪਸ਼ਨ ਹੀ ਕੋਈ ਨਹੀਂ ਸੀ ਉੱਥੋਂ ਹੀ ਉਸ ਇੰਨੀ ਮਹਿੰਗੀ ਜਿਹੜੀ ਜੇ ਕਿਸੇ ਨੇ ਬੀਅਰ ਪੀਣੀ ਸੀ ਤਾਂ ਇੰਨੀ ਮਹਿੰਗੀ ਸ਼ਰਾਬ ਲੈ ਕੇ ਪੀਏ। ਸੋ ਇਸ ਕਰਕੇ ਜਿਹੜੇ ਕਾਟਲ ਆ ਇਹ ਨਹੀਂ ਹੋਣੇ ਚਾਹੀਦੇ। ਜੇ ਪ੍ਰੋਪਰ ਕੰਪੀਟੀਸ਼ਨ ਹੋਵੇ ਤਾਂ ਸ਼ਾਇਦ ਇਸ ਤਰ੍ਹਾਂ ਦੀ ਜਿਹੜੀ ਪ੍ਰਾਈਸਿਸ ਆ ਉਹਨਾਂ 'ਤੇ ਵੀ ਕੰਟਰੋਲ ਰਹੂਗਾ। ਦੂਜੀ ਤੁਸੀਂ ਐਕਸੀਡੈਂਟ ਬਾਰੇ ਗੱਲ ਕੀਤੀ ਹੈ, ਬਿਲਕੁਲ ਜੀ ਇਹਦੇ 'ਚ ਜਾਗਰੂਕਤਾ ਦੀ ਲੋੜ ਹੈ, ਔਰ ਜਿੰਨਾ ਚਿਰ ਤੱਕ ਸਾਡੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਸਾਡੇ ਅਫਸਰਾਂ ਨੇ ਉਹਨਾਂ ਨੂੰ ਆਪ ਹੀ ਜਾਗਰੂਕਤਾ ਨਹੀਂ ਹੋਊਗੀ, ਉਹ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਣ ਲਈ ਕਿਵੇਂ ਜਾਗਰੂਕ ਕਰ ਸਕਦੇ ਆ, ਕਿਸ ਤਰ੍ਹਾਂ ਦੇ ਕਿਵੇਂ ਉਹ ਚੰਗੇ ਕਾਨੂੰਨ ਬਣਾ ਸਕਦੇ ਆ। ਤੁਸੀਂ ਆ ਜਿਹੜੀ ਗੱਲ ਕੀਤੀ ਆ ਕਿ 9 ਮੰਤਰੀ ਨੇ ਜਿਹੜੇ 5ਵੀਂ ਤੋਂ 12ਵੀਂ ਪਾਸ ਨੇ, ਇਹ ਅਸੀਂ ਸਾਡੇ ਵਾਸਤੇ ਵੀ ਇੱਕ ਨਵੀਂ ਜਾਣਕਾਰੀ ਆ। ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਕੁਝ ਦਿਨਾਂ 'ਚ ਇੱਕ ਸ਼ੋਅ ਲੈ ਕੇ ਆਈਏ ਵੀ ਜਿੰਨੇ ਵੀ ਸਾਡੇ ਮੰਤਰੀ ਨੇ ਇੱਥੇ ਔਰ MLA ਸਾਹਿਬਾਨ ਨੇ ਉਹਨਾਂ ਦੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦੀ ਅਸੀਂ ਉਹਨਾਂ ਦੀ ਖੋਜ ਕਰਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰੀਏ ਕਿ ਕਿੰਨਾ ਮੰਤਰੀ ਜਿਹੜੇ ਆ ਜਾਂ MLA ਸਾਹਿਬਾਨ ਨੇ ਕਿੰਨਾ ਪੜ੍ਹੇ ਨੇ ਸਾਰੇ, ਔਰ ਉਹਨਾਂ ਦੀ ਕੀ ਜੇ ਪੜ੍ਹਾਈ ਆਪਾਂ ਕਾਬਲੀਅਤ ਮੰਨੀਏ ਪੜ੍ਹਾਈ ਦੇ ਆਧਾਰ 'ਤੇ ਫਿਰ ਉਹਨਾਂ ਦੀ ਕੀ ਕਾਬਲੀਅਤ ਆ। ਲੁਧਿਆਣਾ ਤੋਂ ਹਰਜੀਤ ਸਿੰਘ ਨੇ ਇੱਕ ਈਮੇਲ ਰਾਹੀਂ NRIs ਵੱਲੋਂ ਵਿਆਹ ਕਰਕੇ ਕੁੜੀਆਂ ਨੂੰ ਛੱਡਣ ਉੱਤੇ ਚਿੰਤਾ ਜਤਾਈ ਹੈ। ਉਹਨਾਂ ਇੱਕ ਨੈਸ਼ਨਲ ਕਮਿਸ਼ਨ ਫਾਰ ਵਿਮਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਟ੍ਰੈਂਡ ਪੰਜਾਬ 'ਚ ਇੰਨਾ ਕਿਉਂ ਜ਼ਿਆਦਾ, ਪੰਜਾਬ ਸਰਕਾਰ ਇਸ ਉੱਤੇ ਕੀ ਕਦਮ ਚੁੱਕ ਰਹੀ ਹੈ, ਉਹਨਾਂ ਇਹ ਪੁੱਛਿਆ ਹੈ। ਹਰਜੀਤ ਸਿੰਘ ਸਾਡੇ ਨਾਲ ਜੁੜਨ ਵਾਸਤੇ ਬਹੁਤ ਧੰਨਵਾਦ। ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਨੇ ਇਸ ਮਸਲੇ ਉੱਤੇ ਠੱਲ ਪਾਉਣ ਲਈ ਕੁਝ ਕਦਮ ਜ਼ਰੂਰ ਚੁੱਕੇ ਨੇ, ਇੱਕ ਨਵਾਂ ਕਾਨੂੰਨ ਵੀ ਲਿਆਂਦਾ ਹੈ, ਪਰ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਪਰਿਵਾਰ ਲੜਕੀਆਂ ਨੂੰ ਬਾਹਰ ਭੇਜਣ ਦੇ ਚਾਅ 'ਚ ਜਿਹੜੇ ਹੋਣਹਾਰ ਲੜਕੀਆਂ ਦੀਆਂ ਜਿਹੜੀ ਉਹਨਾਂ ਦੀ ਚੰਗੀ ਤਰ੍ਹਾਂ ਜਿਹੜੇ ਲਾੜੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕਰ ਰਹੇ। ਇਸ ਮਸਲੇ 'ਤੇ ਇੱਕ ਛੋਟੀ ਜਿਹੀ ਸਾਡੀ ਰਿਪੋਰਟ ਆ, ਅਸੀਂ ਉਹ ਪੇਸ਼ ਕਰ ਰਹੇ ਹਾਂ, ਦੇਖੋ ਜ਼ਰਾ। ਮੇਰੀ ਤਾਂ ਮੈਰਿਜ ਵੀ ਝੂਠ ਬੋਲ ਕੇ ਕੀਤੀ, ਏਜ ਵੀ ਝੂਠ ਬੋਲੀ, ਬੱਚਾ ਵੀ ਸੀ ਉਹ ਵੀ ਨਹੀਂ ਦੱਸਿਆ, ਫਸਟ ਮੈਰਿਜ ਵੀ ਨਹੀਂ ਦੱਸੀ ਤੇ ਸਰਟੀਫਿਕੇਟ ਤੱਕ ਲੁਕਾਉਂਦੇ ਰਹੇ। ਜਦੋਂ ਮੇਰਾ ਪਾਸਪੋਰਟ ਮੰਗਾ ਲਿਆ ਫਿਰ ਕਹਿੰਦੇ ਪੈਸੇ, ਮੈਂ ਇਕੱਲੀ ਆ, ਮੇਰੇ ਮੰਮੀ ਨੇ ਬ੍ਰਦਰ ਨਹੀਂ ਹੈਗਾ, ਡੈਡੀ ਨਹੀਂ ਹੈਗਾ, ਕਹਿੰਦੇ ਜ਼ਮੀਨ ਨਾ ਲਵਾ ਦਿਓ, ਪੈਸੇ ਦੇ ਦਿਓ, ਨਹੀਂ ਤੇ ਕਹਿੰਦੇ ਤੈਨੂੰ ਬਾਹਰ ਬੁਲਾ ਲਾਣੀ ਆ, ਕਹਿੰਦੇ ਇਹਦਾ ਘਰ ਨਹੀਂ ਹੈਗਾ, ਇਹਦੇ ਕੋਲ ਕੁਝ ਹੈ ਨਹੀਂ, ਕਹਿੰਦੇ ਇਹਨੇ ਵੀ ਘਰ ਲੈਣਾ, ਤੂੰ ਵੀ ਆ ਕੇ ਰਹੇਂਗੀ। ਮੈਂ ਕਿਹਾ ਵੀ ਅਸੀਂ ਨਹੀਂ ਦੇ ਸਕਦੇ, ਤੇ ਕਹਿੰਦੇ ਜ਼ਮੀਨ ਤੂੰ ਇਕੱਲੀ ਤਾਂ ਹੈਗੀ ਆ, ਕਿਹਨੂੰ ਦੇਣਾ। ਨੇ ਕਿਹਾ ਸੀ ਕਿ ਲੜਕਾ ਪੇਪਰ ਮੈਰਿਜ ਤੇ ਗਿਆ ਹੋਇਆਗਾ ਤੇ
ਉਸ ਤੋਂ ਬਾਅਦ 'ਚ ਜਦੋਂ ਮੇਰੀ ਮੈਰਿਜ ਹੋ ਗਈ ਤਾਂ ਉਸ ਤੋਂ ਬਾਅਦ 'ਚ ਅੰਬੈਸੀ 'ਚ ਜਾ ਕੇ ਮੈਨੂੰ ਪਤਾ ਚੱਲਿਆ ਕਿ ਉਹਦੇ 'ਚ 3 ਪਹਿਲਾਂ ਮੈਰਿਜਾਂ ਹੋਈਆਂ ਤੇ ਚੌਥਾ ਕੇਸ ਮੇਰੇ ਨਾਲ, 2 ਬੱਚੇ ਵੀ ਆ। ਤੇ ਉਹਨਾਂ ਨੇ ਸਾਤੋਂ 20 ਲੱਖ ਰੁਪਇਆ ਨਗਦ ਤੇ 1 ਲੱਖ ਦਾ ਸੋਨਾ, 1 ਲੱਖ ਅਮਰਜੀਤ ਨੇ ਵਿਚੋਲ ਬਣੇ ਦਾ ਫੀਸ ਲੈਤੀ ਸੀਗੀ ਤੇ ਬਾਕੀ ਦਾ 3-4 ਲੱਖ ਰੁਪਇਆ ਅਸੀਂ ਮੈਰਿਜ ਤੇ ਲਾਇਆ ਸੀ। ਪੂਰਾ 26 ਲੱਖ ਦੇ ਕਰਜ਼ੇ ਹਟਾਏ ਹੋਏ ਆ। ਵਿਆਹ ਕਪੂਰਥਲਾ ਜ਼ਿਲ੍ਹਾ 'ਚ ਹੋਇਆ ਸੀ। ਮੇਰੇ ਵਿਆਹ ਨੂੰ 7 ਸਾਲ ਹੋ ਗਏ ਆ ਤਾਂ ਵਿਆਹ ਤੇ ਵੀ ਅਸੀਂ 7-8 ਲੱਖ ਰੁਪਇਆ ਖਰਚਾ ਕੀਤਾ ਸੀ ਔਰ ਹੋਰ ਮਤਲਬ ਦਾਜ ਵਗੈਰਾ ਸਾਰਾ ਕੁਝ ਜੋ ਵੀ ਗੱਡੀ ਵਗੈਰਾ ਮੰਗੀ ਉਹਨਾਂ ਨੇ ਦਿੱਤੀ, ਪਰ ਫਿਰ ਵੀ ਉਹ ਸੈਟੀਸਫਾਈਡ ਨਹੀਂ ਸੀ, ਮੈਨੂੰ ਨਹੀਂ ਲੈ ਕੇ ਗਏ ਨਾਲ। ਪੁਲਿਸ ਕੋਲ ਅਸੀਂ ਕਾਫੀ ਦੇਰ ਮਤਲਬ ਗੇੜੇ ਲਗਾਏ ਪਰ ਪੁਲਿਸ ਜਿਹੜੀ ਆ ਕਹਿੰਦੀ ਜਿੰਨਾ ਤੁਹਾਡਾ ਵਿਆਹ ਤੇ ਖਰਚਾ ਹੋਇਆ ਅਸੀਂ ਦੇ ਦਿੰਦੇ ਆ, ਪਰ ਕੁੜੀਆਂ ਦੀ ਇੱਜ਼ਤ ਦਾ ਤਾਂ ਕੁਝ ਨਹੀਂ ਦੇ ਰਹੇ ਨਾ। ਕਿਸੇ ਨੇ ਵੀ ਸਾਡੀ ਹੁਣ ਤੱਕ ਕੋਈ ਵੀ ਹੈਲਪ ਨਹੀਂ ਕੀਤੀ। ਪਹਿਲਾਂ ਮੈਨੂੰ ਦੱਸਿਆ ਨਹੀਂ ਸੀਗਾ ਵੀ ਉਹਨਾਂ ਦੀ ਪਹਿਲਾਂ 2 ਮੈਰਿਜਾਂ ਹੋ ਚੁੱਕੀਆਂ ਨੇ, ਤੀਜਾ ਵਿਆਹ ਮੇਰੇ ਨਾਲ ਹੋਇਆਗਾ। ਤੇ ਉੱਥੇ ਬਾਅਦ 'ਚ ਜਦੋਂ ਮੈਂ ਇੱਥੇ ਸਹੁਰੇ ਘਰ ਰਹਿਣ ਲਈ ਕਹਿੰਦੀ ਸੀ ਤਾਂ ਮੈਨੂੰ ਉੱਥੇ ਘਰੋਂ ਕੱਢ ਦਿੰਦੇ ਸੀਗੇ। ਜੇ ਮੈਂ ਸਹੁਰੇ ਨੂੰ ਕਹਿ ਦਿੰਦੀ ਸੀ ਤਾਂ ਉਹ ਕਹਿੰਦੇ ਸੀ ਕਤਵਿਆ ਕੇ ਪੁਲਿਸ ਨੂੰ ਨਾਲ ਲਿਆ ਕੇ ਨੋਟਿਸ ਬਣਵਾ ਕੇ ਲੈ ਕੇ ਜਾਊਂਗਾ। ਇੱਥੋਂ 40 ਲੱਖ ਰੁਪਇਆ ਲਿਆ, ਇਸ ਤੋਂ ਬਾਅਦ ਨਾ ਤਾਂ ਮੈਨੂੰ ਹੁਣ ਬੁਲਾਇਆ ਤੇ ਨਾ ਹੀ ਕੋਈ ਫੋਨ ਕਰਦਾ ਹੈ। ਦੇਖੋ, ਇਹ ਬਹੁਤ ਦਰਦਨਾਕ ਗੱਲਾਂ ਆਪਾਂ ਹੁਣੇ ਸੁਣੀਆਂ। ਸ਼ਾਇਦ NRIs ਨੂੰ ਖੁਦ ਵੀ ਇਸ ਮਸਲੇ ਤੇ ਵਿਚਾਰ ਅਤੇ ਚਰਚਾ ਕਰਨ ਦੀ ਲੋੜ ਆ। ਤੁਸੀਂ ਸਾਨੂੰ ਆਪਣੇ ਵਿਚਾਰ ਦੱਸੋ ਇਹਦੇ ਤੇ, ਆਪਾਂ ਦੁਬਾਰਾ ਕਿਸੇ ਦਿਨ ਫਿਰ ਕੋਈ ਇੱਕ ਪੂਰਾ ਹੀ ਸ਼ੋਅ ਇਸ ਉੱਤੇ ਕਰਾਂਗੇ। ਹੁਣ ਸਮਾਂ ਖਤਮ ਹੋ ਰਿਹਾ ਹੈ, ਸੋ ਮੈਨੂੰ ਦਿਓ ਇਜਾਜ਼ਤ। ਅੱਜ ਕੁਝ ਕਾਲਰਸ ਨੂੰ ਕੋਈ ਕਾਲਰ ਜੁੜ ਨਹੀਂ ਸਕੇ, ਇਸ ਕਰਕੇ ਮੈਂ ਮਾਫੀ ਮੰਗਦਾ। ਕੱਲ੍ਹ ਫਿਰ ਮੈਂ ਤੁਹਾਡੀਆਂ ਤਾਜ਼ੀਆਂ ਈਮੇਲਸ ਲੈ ਕੇ ਹਾਜ਼ਰ ਹੋਵਾਂਗਾ, ਸੋ ਸਾਨੂੰ ਈਮੇਲ ਅਤੇ ਫੇਸਬੁੱਕ ਉੱਤੇ ਕਮੈਂਟਸ ਲਿਖਣਾ ਨਾ ਭੁੱਲਿਓ। ਇਸ ਸ਼ੋਅ ਬਾਰੇ ਕੁਝ ਸਾਡੇ ਸਾਹਮਣੇ ਸੁਝਾਅ ਆਏ ਨੇ, ਅਸੀਂ ਉਹਨਾਂ ਤੇ ਗੌਰ ਕਰ ਰਹੇ ਹਾਂ। ਸੋ ਟੇਕ ਕੇਅਰ, ਵੀ ਵਿਲ ਮੀਟ ਅਗੇਨ ਟੁਮਾਰੋ। ਉਦੋਂ ਤੱਕ ਮੌਜਾਂ ਮਾਣੋ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।